ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। हमरे अवगुण बहुत बहुत हैं बहु बार बार हर गणत न आवै। तू गुणवंता हर हर दयाल हर आपे बख्श लै हर भावै। हम अपराधी राखै गुर संगति उपदेश दियो हर नाम छुड़ावै। हम अपराधी राखै गुर संगति उपदेश दियो हर नाम छुड़ावै। जेता जियो पिंड सब तेरा तू अंतर जामी पुरख भगवान। दासन दास कहै जन नानक जिहा तू कराहे तिहा हाँ करी बखियान। दासन दास कहै जन नानक जिहा तू कराहे तिहा हाँ करी बखियान। सतनाम श्री वाहिगुरु साहिब जीओ। वाहेगुरु 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 वाहेगुरु। सोहला राग गौड़ी दीप की महला पहला। एक ओंकार सतगुर प्रसाद। जय घर कीरत आखिए करते का होए विचारो। तित घर गावो सोहला सिवरो सिरजनहारो। तुम गावो मेरे निर्भव का सोहला हाँ वारी जित सोहला सदा सुख होए रहाओ। नित नित जियड़े संभालियन देखै गा देवनहार। तेरे दाने कीमत ना पवै तिस दाते कवन सुमार। संबत साहा लिखिया मिलकर पावो तेल। देव सज्जन आसीसड़ियाँ जियो होवै सहब स्यों मेल। घर घर एहो पहुँचा सदड़े नित पवन। सदन हारा सिमरिए नानक से दे आवन। सदन हारा सिमरिए नानक से दे आवन। वाहिगुरु जी का खालसा वाहिगुरु जी की फतेह। परम सत्कारयोग सतगुरु सच्चे पातशाह जी की साजी नवाजी गुरु साध संगत जी। बहुत ही बड़े भागां वाले ਆਪਾਂ ਸਾਰੇ जो धन धन साहिब श्री गुरु ग्रंथ साहिब जी महाराज जी के पावन पवित्र चरणों में सोहला राग गौड़ी दीपकी ते शब्द जो 12वें अंग तो आरंभ होंदे हन। आपां ये 5 शब्दां दी विचार महाराज की बख्शिश सदका करांगे। ये शब्द साहिब श्री गुरु ग्रंथ साहिब जी महाराज जी की बाणी दे विच जिवें ही सोदर राग दे शब्द आसा महला पहला दे शब्द खत्म होंदे हन। 9 शब्द उन्हां दे जिन्हां नूं आपां रह रस दे शब्द कहने आ। सोदर दे शब्द जिन्हां विच सुन वड्डा आखै सब कोई। दूजा शब्द सोदर तो बाद
आखां जीवां विसरै मर जाओ। तीजा शब्द हर के जन सतगुर सतपुरखा। चौथा शब्द ते पंजवां शब्द आपां काहे रे मन चितवै उद्यम, ये शब्द। छेवां शब्द सो पुरख निरंजन, हर पुरख निरंजन आला। ते सतवां शब्द तू करता सचियार मैंडा साईं। अठवां शब्द तित सरवर डै भैले निवासा। ਅਤੇ ਨੌਵਾਂ ਸ਼ਬਦ ਭਈ ਪ੍ਰਾਪਤ ਮਾਨਖ ਦਿਹਰੀਆ। ਇਹ ਜੋ 9 ਸ਼ਬਦ ਹਨ ਸੋਦਰ ਦੇ, ਉਹਨਾਂ ਤੋਂ ਉਪਰੰਤ 92ਵੇਂ ਅੰਗ ਤੋਂ ਆਰੰਭ ਹੁੰਦਾ ਹੈ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇਹ ਹੀ ਸ਼ਬਦ ਜਿਨ੍ਹਾਂ ਵਿੱਚ ਕੁਝ ਸ਼ਬਦਾਂ ਦੇ ਫਰਕ 5 ਸ਼ਬਦਾਂ ਦੇ ਫਰਕ ਹਨ, ਜੋ ਕਿ 51-57 ਉੱਥੇ ਵੀ ਇਹ ਸ਼ਬਦ ਗੌੜੀ ਪੂਰਬੀ ਦੀਪਕੀ ਕਰਕੇ ਦਰਜ ਕੀਤਾ ਹੋਇਆ ਹੈ, ਜੋ ਕਿ ਆਪਾਂ ਸ਼ਬਦ ਪੜ੍ਹਾਂਗੇ। ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਇਹ 2 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੇ ਹਨ। ਪਹਿਲਾਂ 12ਵੇਂ ਅੰਗ ਤੇ ਸੋਹਿਲਾ ਰਾਗ ਗੌੜੀ ਦੀਪਕੀ ਕਰਕੇ ਆਰੰਭ ਹੁੰਦਾ ਹੈ, ਅਤੇ ਫਿਰ ਅੱਗੇ ਜਾ ਕੇ 157 ਦੇ ਵਿੱਚ ਵੀ ਇਹ ਸ਼ਬਦ ਗੌੜੀ ਪੂਰਬੀ ਦੀਪਕੀ ਕਰਕੇ ਸ਼ਬਦ ਉੱਥੇ ਵੀ ਦਰਜ ਕੀਤਾ ਹੋਇਆ ਹੈ ਜੀ। ਇਵੇਂ ਜੇਕਰ ਦੂਜਾ ਸ਼ਬਦ ਜੋ ਹੁਣ ਆਪਾਂ ਕੀਰਤਨ ਸੋਹਿਲੇ ਦੇ ਪੜ੍ਹਾਂਗੇ, ਇਹਨਾਂ ਵਿੱਚ ਵੀ ਇਸ ਤਰ੍ਹਾਂ 5 ਸ਼ਬਦਾਂ ਦਾ ਥੋੜ੍ਹਾ ਜਿਹਾ ਵਿਵਰਨ ਕਰ ਲਈਏ ਕਿ ਇਹ 12ਵੇਂ ਅੰਗ ਤੇ 6 ਘਰ 6 ਗੁਰ 6 ਉਪਦੇਸ਼ ਵਾਲਾ ਸ਼ਬਦ ਇੱਥੋਂ ਆਰੰਭ ਹੁੰਦਾ ਹੈ। ਇਹੀ ਸ਼ਬਦ ਐਸਾ ਹੀ ਸ਼ਬਦ 357 ਅੰਗ ਤੇ ਅੱਗੇ ਦਰਜ ਕੀਤਾ ਹੋਇਆ। ਸੱਚੇ ਪਾਤਸ਼ਾਹ ਨੇ ਫਿਰ ਤੀਜਾ ਜਿਹੜਾ ਸ਼ਬਦ ਹੈ ਗਗਨ ਮੈਂ ਥਾਲ ਰਾ ਚੰਦ ਦੀਪਕ ਬਣੇ ਵਾਲਾ, ਇਹ ਸਾਰਾ ਸ਼ਬਦ 13ਵੇਂ ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੀ ਵੀ ਰਾਗ ਧਨਾਸਰੀ ਮਹੱਲੇ ਪਹਿਲੇ ਵਿੱਚ ਆਉਂਦਾ ਹੈ। ਤੇ ਇਵੇਂ ਜ਼ਿਕਰ ਹੀ 663 ਅੰਗ ਤੇ ਵੀ ਧਨਾਸਰੀ ਰਾਗ ਦੇ ਵਿੱਚ ਆਰਤੀ ਮਹੱਲਾ ਪਹਿਲਾ ਆਰਤੀ ਕਰਕੇ ਦਰਜ ਕੀਤਾ ਹੋਇਆ ਹੈ। ਇਹਨਾਂ ਵਿੱਚ ਥੋੜ੍ਹੇ ਸ਼ਬਦਾਂ ਦਾ ਫਰਕ ਹੈ, ਇਹਨਾਂ ਦਾ ਆਪਾਂ ਨਾਲ ਦੀ ਨਾਲ ਜ਼ਿਕਰ ਕਰਦੇ ਚੱਲਾਂਗੇ। ਚੌਥਾ ਸ਼ਬਦ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਇਹ 13ਵੇਂ ਅੰਗ ਤੇ ਵੀ ਦਰਜ ਹੈ, ਅਤੇ 71 ਤੇ 171 ਅੰਗ ਤੇ ਵੀ ਇਹ ਸ਼ਬਦ ਦਰਜ ਕੀਤਾ ਹੋਇਆ ਹੈ। ਇਵੇਂ ਜ਼ਿਕਰ ਅਖੀਰਲਾ ਸ਼ਬਦ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ, ਇਹ ਵੀ 13ਵੇਂ ਅੰਗ ਤੇ ਆਰੰਭ, ਇੱਥੇ ਪਹਿਲੇ ਉਸ ਤੇ ਵੀ ਸ਼ਬਦ ਹੈ, ਅਤੇ 205 ਅੰਗ ਤੇ ਵੀ ਇਹ ਆਪਣੇ ਰਾਗ ਵਿੱਚ ਇਹਨਾਂ ਦਾ ਇਸ ਸ਼ਬਦ ਦਾ ਸਰੂਪ ਦਰਜ ਆਪਾਂ ਨੂੰ ਮਿਲੇਗਾ। ਸੋ ਰਹੋ ਵਿਚਾਰ, ਆਪਾਂ ਕੁਝ ਸ਼ਬਦਾਂ ਦੀ ਵਿਚਾਰ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਕਿ ਪਹਿਲੇ ਸ਼ਬਦ ਤੋਂ ਆਰੰਭ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਇੱਕ ਮਨੌਤ ਚੱਲੀ ਆ ਰਹੀ ਹੈ। ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਸਮੇਂ ਆਰਾਮ ਕਰ ਰਹੇ ਸੀ। ਐਸੀ ਸਾਖੀ ਲੋਕਾਂ ਨੇ ਸਿੱਖਾਂ ਨੇ ਬਣਾਈ ਹੋਈ ਹੈ, ਪਰ ਖਿਆਲ ਕਰੋ ਉਹ ਜਿਹੜੀ ਸਾਖੀ ਹੈ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਪੈਰ ਚਰਨ ਗੁਰੂ ਅੰਗਦ ਪਾਤਸ਼ਾਹ ਜੀ ਦਬਾ ਰਹੇ ਨੇ, ਸੇਵਾ ਕਰ ਰਹੇ ਨੇ, ਉਸ ਵੇਲੇ ਉਹਨਾਂ ਦੇ ਪੈਰਾਂ 'ਚ ਕੰਡੇ ਚੁਭਣ ਦਾ, ਖੂਨ ਨਿਕਲਣ ਦਾ, ਰਿਸਣ ਦਾ ਕਹਿੰਦੇ ਭਾਈ ਵਰਣਨ ਆਉਂਦਾ ਹੈ। ਪਰ ਵਿਚਾਰ ਕਰੋ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹ ਸਾਰਾ ਕੀਰਤਨ ਸੋਹਿਲਾ ਦੀ ਜਿਹੜੀ ਬਾਣੀ ਹੈ, ਇਹ ਬਾਣੀ ਪੰਚਮ ਪਾਤਸ਼ਾਹ ਨੇ ਦਰਜ ਕੀਤੀ ਹੈ। ਧਿਆਨ ਰੱਖਣਾ, ਵਿਸ਼ੇਸ਼ ਤੌਰ ਤੇ ਇਹ ਸਰੂਪ ਪੰਚਮ ਪਾਤਸ਼ਾਹ ਨੇ ਬੰਨਿਆ, ਕਿਉਂਕਿ ਜਿਨ੍ਹਾਂ ਦੇ ਵਿੱਚ ਚੌਥੇ ਪਾਤਸ਼ਾਹ ਤੇ ਪੰਚਮ ਪਾਤਸ਼ਾਹ ਦੇ ਵੀ ਅੱਗੇ ਸ਼ਬਦ ਨੇ। ਧਿਆਨ ਰੱਖਿਓ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਸੋ ਆਪਾਂ ਕੇਵਲ ਸ਼ਬਦਾਂ ਦੇ ਅਰਥਾਂ ਦੇ ਉੱਤੇ ਹੀ ਜ਼ਿਆਦਾ ਜ਼ੋਰ ਦੇਵਾਂਗੇ ਭਾਈ, ਕਿਉਂਕਿ ਮਹਾਰਾਜ ਨੇ ਜੇ ਸਾਖੀ ਇੱਥੇ ਲਿਖਣੀ ਹੁੰਦੀ ਤੇ ਆਪ ਲਿਖਦੇ। ਧਿਆਨ ਰੱਖਣਾ, ਮਹਾਰਾਜ ਨੇ ਅਸੀਂ ਕੋਈ ਸਾਖੀਆਂ ਇਸ ਸ਼ਬਦਾਂ ਦੇ ਵਿੱਚ ਜਿਹੜੀ ਆਪਾਂ ਪੜ੍ਹਦੇ ਹਾਂ, ਇਹਨਾਂ ਨੂੰ ਆਪਾਂ ਜੇ ਕਿਤੇ ਸ਼ਾਬਦਿਕ ਤੌਰ ਤੇ ਇਹਨਾਂ ਦੀ ਵਿਚਾਰ ਕਰੀਏ ਤੇ ਸਾਨੂੰ ਆਪਣੇ ਜੀਵਨ ਦਾ ਜਿਹੜਾ ਅਸਲ ਤੱਤ ਗਿਆਨ ਹੈ ਉਹਦਾ ਲਾਭ ਹੁੰਦਾ ਹੈ, ਪਤਾ ਲੱਗਦਾ ਹੈ। ਸੋ ਇਹ ਬਾਣੀ ਅਕਸਰ ਸੰਧਿਆ ਦੇ ਸਮੇਂ ਰਾਤ ਨੂੰ ਸੌਣ ਲੱਗਿਆਂ, ਜਦੋਂ ਰਾਤ ਨੂੰ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਸੌਂਦੇ ਹਾਂ, ਤੇ ਸਿੱਖ 5 ਇਹ ਸ਼ਬਦ ਪੜ੍ਹਦਾ ਹੈ ਕੀਰਤਨ ਸੋਹਿਲੇ ਦੇ। ਸੋ ਪਹਿਲਾ ਸ਼ਬਦ ਜੀਵਨ ਦੇ ਜਿਵੇਂ ਆਪਾਂ ਨਿਤਨੇਮ ਦੀ ਬਾਣੀਆਂ ਪੜ੍ਹਦੇ ਹਾਂ, ਅੰਮ੍ਰਿਤ ਵੇਲੇ ਆਪਾਂ ਬਾਣੀ ਪੜ੍ਹਦੇ ਹਾਂ, ਫਿਰ ਸ਼ਾਮ ਦੇ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਦੇ ਪਾਠ ਕਰਨ ਤੋਂ ਬਾਅਦ ਫਿਰ ਰਾਤ ਨੂੰ ਜਿਸ ਵੇਲੇ ਆਪਾਂ ਆਰਾਮ ਕਰਦੇ ਹੁੰਦੇ ਹਾਂ, ਉਸ ਵੇਲੇ ਇਹ ਜ਼ਰੂਰੀ ਹੈ ਕਿ ਸਿੱਖ ਸੌਣ ਲੱਗਿਆ ਕੀਰਤਨ ਸੋਹਿਲੇ ਦਾ ਜ਼ਰੂਰ ਪਾਠ ਕਰੇ, ਜ਼ਰੂਰ ਕਰੇ। ਇਹਦੇ ਨਾਲ ਫਿਰ ਜਿਹੜੀ ਸੁਰਤ ਖਿੰਡੀ ਹੁੰਦੀ ਹੈ,
ਆਪਣੇ ਘਰ ਆਉਂਦੀ ਹੈ, ਸਭ ਤੋਂ ਪਹਿਲਾਂ ਜਿਹੜਾ ਸੁਨੇਹਾ ਇਸ ਸ਼ਬਦ ਵਿੱਚ ਦਿੱਤਾ ਜਾਂਦਾ ਉਹ ਵੀ ਆਪਾਂ ਵਿਚਾਰਾਂਗੇ। ਸੋ ਆਓ ਪਹਿਲਾਂ ਸ਼ਬਦ ਨੂੰ ਆਪਾਂ ਇੱਥੇ ਵਿਚਾਰੀਏ ਕਿ ਕੁਝ ਸ਼ਬਦਾਂ ਦੇ ਦਾਸ ਤੁਹਾਨੂੰ ਦਰਸ਼ਨ ਕਰਾਉਂਦਾ ਹੈ। ਇਹ ਦਰਸ਼ਨ ਕਰਿਓ ਕਿ ਕਿਵੇਂ ਕੁਝ ਸ਼ਬਦਾਂ ਦਾ ਫਰਕ ਪਾਉਂਦੇ ਹਨ ਮਹਾਰਾਜ। ਇਹ ਸੋਹਿਲਾ ਜਿਹੜੇ ਉੱਪਰਲੀਆਂ ਲਾਈਨਾਂ ਨੇ ਇਹ ਕੀਰਤਨ ਸੋਹਿਲੇ ਦੇ ਸ਼ਬਦ ਨੇ ਪਹਿਲਾਂ, ਬਾਕੀ ਦੇ ਸ਼ਬਦ ਜਿਹੜੇ ਹਨ ਉਹ ਫਿਰ ਰਾਗ ਦੇ ਵਿੱਚ ਜੋ 157 ਅੰਗ ਦੇ ਉੱਤੇ ਦਰਜ ਕੀਤੇ ਹੋਏ ਨੇ ਉਹਨਾਂ ਦੇ ਫਿਰ ਮਹਾਰਾਜ ਨੇ ਜ਼ਿਕਰ ਕੀਤਾ ਹੈ। ਗੌੜੀ ਪੂਰਬੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉੱਥੇ ਵੀ ਸ਼ਬਦ ਆਉਂਦਾ ਹੈ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਧਿਆਨ ਰੱਖ। ਸੋ ਆਪਾਂ ਇੱਥੋਂ ਆਰੰਭ ਕਰਦੇ ਹਾਂ ਕਿ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਜਿਹੜਾ ਗੌੜੀ ਰਾਗ ਦੇ ਵਿੱਚ ਹੈ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਦੂਜਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹੀ ਗੌੜੀ ਪੂਰਬੀ ਦੇ ਵਿੱਚ ਦਰਜ ਹੈ। ਤੇ ਇਹਨਾਂ ਦੇ ਡਿਫਰੈਂਸਿਸ ਦੇਖ ਲਓ ਪਹਿਲਾਂ ਕਿ ਜੈ ਕਰ ਕੀਰਤ ਆਖੀਏ, ਪਹਿਲਾਂ ਤਾਂ उसके सिरलेख में कुछ फर्क है। सिरलेख जिमें सोहला राग गौड़ी दीप की महला पहला एक ओंकार सतगुर प्रसाद, ये 12वें अंग के उत्ते दर्ज है। तो ऐसा सोहला जो शब्द है वह गौड़ी पूर्वी दीपकी दे विच नहीं लिखा है, ध्यान रख। उत्थे सीधा गौड़ी पूर्वी दीपकी महला पहला एक ओंकार सतगुर प्रसाद इत्थों आरंभ होंदा है शब्द। सो जिस वेले आपां अगे चलते हैं, जिहड़े शब्दां दा आपां थोड़ा जिहा फर्क आपां तुहाडे मूहरे दास रख रहा है, इन्हां नूं आपां विचार करो कि पहले तित घर गावो सोहेला सिमर हो, उत्थे रारे नूं सिहारी है ते थल्ले रारा मुक्ता ते हाहे नूं औंकड़, वो जिवें उपर हाहे नूं औंकड़ इस तरह थल्ले भी है, पर रारे नूं सिहारी थल्ले नहीं है। सिमर हो सिरजनहार हो, तुम गावो मेरे निरभौका सोहेला, ये सारे शब्द इस तरह चलते आउंदे। ते नीचे जाके हां वारी जिस सोहेले सदा सुख होए, उत्थे जिहड़ा गौड़ी पूर्वी दीपकी विच शब्द है, उत्थे हां वारी जाओ जित सोहेले सदा सुख होए, ऐसा शब्द उत्थे जिक्र आऊगा भाई। सो रो विचार आपां शब्द की आरंभता कर रहे हैं। सोहेला राग गौड़ी दीप की महला पहला, एक ओंकार सतगुर प्रसाद। सोहेले शब्द यानी रब दा जस गाना, रब दा जस सानू उठत बैठत सोवत जागत ए मन तुझे चितारे। आपां ने हमेशा रब दा ही जस गाना है। तो आरंभ रात नूं सौण लग्या इस शब्द नूं जरूर पढ़ना कि ये राग गौड़ी दीपकी विच महल्ले पहले गुरु नानक सच्चे पातशाह जी ने महला पहला गुरु नानक सच्चे पातशाह जी का उचारण किया होया है। तो मंगल करते हैं एक ओंकार सतगुर प्रसाद, एक परमेश्वर परमात्मा जदों भी कोई चीज़ आरंभ करते हैं एक ओंकार जरूर महाराज वर्णन करते हैं। एक ओंकार का अर्थ है कि एक जिहड़ा परमेश्वर है जो हर कन कन दे विच समाया है, तो जितों सारी सृष्टि पैदा होंदी है तीनों गुणा दे विच, उहदे तीनों गुणा दे उत्ते उस एक मार्ग की हमेशा छत्र छाया बनी रहिंदी है सारी सृष्टि के किरिया दे विच। ताइयों इस शब्द नूं एक बहुत मूल शब्द यानी बीज मंत्र भी कहते हैं। कहते सारी चीज़ों का यह बीज है, ये तो सारी सृष्टि की उत्पन्नता होंदी है। सो महाराज कहते एक ओंकार सतगुर प्रसाद, सत करके जिसने इस गुरु दे दसे हुए गुरु नूं अपने अंदर स्वीकार किया होया, कहते उहदे चरनी लग्या ये शब्द का उचारण कर रहे हैं महाराज। जय घर कीरत आखीए करते का होए विचारो। कहते भाई जिस घर दे विच रब दी कीरत आखी जाती है, कहते भाई आखनी आखण की अवस्था साडे अंदर जिहड़ी महाराज दसदे ने वो बननी चाहिए है उस घर दे विच। कहते भाई करते का होए विचारो, उस घर दे विच करते का विचार होना चाहिए। बब्बे ना शब्द है, ये सिंगुलर शब्द है, जिथे वावा होगा विचारो वो फिर प्लूरल शब्द आउंदा है। सो आपां ने कल भी जिक्र किया सी किरत ते कीरत विच फर्क रखना जी, ध्यान रख। यानी किरत तां जीवन दे विच आपां करदे हां पर कीरत नहीं करते। असीं किरत करदे हां रब दे विच रत के उस किरत नूं नहीं कर रहे। इस गल नूं विचार करनी कि किरत करदियां होइयां कीरत गाउणी, कीरत प्रभ की गाओ मेरी रसना कर। आपां ने इन्हां शब्दां दा पूरा विवरण कीता सीगा जिस वेले आपां गुरु महाराज जी दे शब्दां दी विचार कर सी किरत ते कीरत दा दोनों दा जिक्र कीता सी। सो महाराज कहते भाई जिस घर दे विच पहली गल तां याद रखना
ਕਿ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਹੀ ਰੱਬ ਨੂੰ ਪਾਉਣਾ ਹੈ ਤੇ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਹੀ ਕਿਰਤ ਕਰਦਿਆਂ ਹੈ ਰੱਬ ਦੀ ਕੀਰਤੀ ਗਾਉਣੀ ਤੇ ਆਖੀਏ ਕੰਨਾਂ ਲਾ ਕੇ ਜਿਸ ਵੇਲੇ ਆਪਾਂ ਬੋਲੀਏ ਤੇ ਰੱਬ ਬੁਲਾਉਂਦਾ ਕਰਕੇ ਜਾਣੀਏ ਐਸਾ ਆਖਣਾ। ਪਹਿਲਾਂ ਆਖਣ ਦਾ ਅਰਥ ਵਿਚਾਰੋ ਕਿ ਅੱਖੀ ਵੇਖ ਕੇ ਕਹਿਣਾ, ਮਹਿਸੂਸ ਕਰਕੇ ਫਿਰ ਬੋਲਣਾ। ਧਿਆਨ ਰੱਖਿਓ ਇਹ ਦੋ ਸ਼ਬਦ ਦਾਸ ਵਰਤ ਰਿਹਾ, ਇੱਕ ਤਾਂ ਅੱਖੀ ਦੇਖ ਕੇ ਕਹਿਣਾ, ਦੂਜਾ ਮਹਿਸੂਸ ਕਰਕੇ ਬੋਲਣਾ। ਅੰਦਰ ਦੀ ਜਿਹੜੀ ਅਵਸਥਾ ਹੈ ਉਹ ਮਹਿਸੂਸ ਕਰਨ ਦੇ ਉੱਤੇ ਟਿਕੀ ਹੋਈ ਹੈ। ਧਿਆਨ ਰੱਖਿਓ ਜਿਵੇਂ ਆਪਾਂ ਫੀਲ ਕਰਦੇ ਹਾਂ ਅੰਦਰ, ਇਸ ਗੱਲ ਨੂੰ ਵਿਚਾਰਿਓ ਕਿ ਜਿਵੇਂ ਆਹ ਅੱਖਾਂ ਰਾਹੀਂ ਆਪਾਂ ਦੇਖਦੇ ਹਾਂ, ਇਹ ਅੱਖਾਂ ਰਾਹੀਂ ਤਾਂ ਦੇਖਿਆ ਜਾਂਦਾ ਜੇ ਆਪਣੇ ਅੰਦਰ ਇਸ ਦੇ ਫੀਲਿੰਗ ਹੋਵੇ, ਮਹਿਸੂਸ ਹੋਵੇ। ਜੇ ਅੰਦਰ ਫੀਲ ਨਾ ਹੋਵੇ ਤੇ ਦਿਖਦਾ ਨਹੀਂ ਹੈ ਬਾਹਰ, ਬੇਸ਼ੱਕ ਅੱਖਾਂ ਹੋਣ ਆਪਣੇ। ਧਿਆਨ ਰੱਖਣਾ ਇਸ ਗੱਲ ਨੂੰ ਵਿਚਾਰਿਓ ਕਿ ਆਹ ਜਿਹੜੀਆਂ ਅੱਖਾਂ ਸਾਨੂੰ ਦਿਖ ਰਹੀਆਂ ਨੇ, ਆਹ ਜੋ ਸੰਸਾਰ ਨੂੰ ਦੇਖ ਰਹੀਆਂ ਨੇ ਅੱਖਾਂ, ਇਹ ਤਾਂ ਦੇਖ ਪਾ ਰਹੀਆਂ ਕਿ ਇਸ ਅੱਖਾਂ ਦੇ ਅੰਦਰ ਇਸ ਦੀ ਜਿਹੜੇ ਨਰਵਸ ਸਿਸਟਮ ਹੈ ਦਿਮਾਗ ਤੱਕ ਜੋ ਜਾ ਰਿਹਾ ਹੈ ਉਹ ਮਹਿਸੂਸ ਕਰ ਰਿਹਾ, ਫੀਲ ਕਰ ਰਿਹਾ, ਸੈਂਸ ਕਰ ਰਿਹਾ। ਧਿਆਨ ਰੱਖਣਾ ਜੇ ਅੰਦਰੋਂ ਉਹਦਾ ਫੀਲਿੰਗ ਖਤਮ ਹੋ ਜੇ ਨਾ ਜੀ, ਮਹਿਸੂਸ ਕਰਨ ਦੀ ਜਿਹੜੀ ਤਾਕਤ ਖਤਮ ਹੋ ਜੇ ਨਾ ਅੰਦਰੋਂ, ਤੇ ਅੱਖਾਂ ਹੁੰਦਿਆਂ ਹੋਇਆਂ ਨਿਗਾਹ ਕਮਜ਼ੋਰ ਹੁੰਦਿਆਂ ਖਤਮ ਹੋ ਜਾਂਦੀ, ਦਿਖਦਾ ਨਹੀਂ ਹੈ ਬਾਹਰ। ਅੱਖਾਂ ਡੇਲੇ ਹੋਣਗੇ ਪਰ ਅੰਦਰ ਨਹੀਂ ਦਿਖੇਗਾ। ਸੋ ਉਦਾਹਰਨ ਦੇ ਤੌਰ ਤੇ ਬਾਹਰ ਜਿਹਨੂੰ ਦੇਖਣਾ ਕਹਿੰਦੇ ਆ ਉਹਨੂੰ ਆਪਾਂ ਅੰਦਰ ਮਹਿਸੂਸ ਕਰਨਾ ਕਹਿੰਦੇ ਆ, ਫੀਲ ਕਰਨਾ ਕਹਿੰਦੇ ਆ। ਵਿਚਾਰੋ ਉਹਨੂੰ ਵਿਚਾਰਨਾ ਆਪਣਾ ਅੰਦਰ। ਧਿਆਨ ਰੱਖਣਾ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੱਕ ਆਪਾਂ ਅੰਦਰ ਫੀਲ ਨਹੀਂ ਕਰਾਂਗੇ, ਆਪਾਂ ਵਿਚਾਰਾਂਗੇ ਨਹੀਂ, ਆ ਜੋ ਬਾਹਰ ਦਿਖਦਾ ਹੈਗਾ ਇਸ ਤਰ੍ਹਾਂ ਪ੍ਰੋਪਰ ਨਹੀਂ ਦਿਖੇਗਾ। ਜਿਵੇਂ ਉਦਾਹਰਨ ਦੇ ਤੌਰ ਤੇ ਭੈਣ ਭਾਈ ਰਸਤੇ ਤੇ ਜਾਂਦੇ ਹੋਣ, ਆਪਾਂ ਨੂੰ ਅੱਖਾਂ ਨਾਲ ਦਿਖਦਾ ਕਿ ਇੱਕ ਤੀਵੀਂ ਤੇ ਇੱਕ ਮਰਦ ਜਾ ਰਹੇ, ਆਪਾਂ ਨੂੰ ਪਤਾ ਨਹੀਂ ਹੈ, ਵਿਚਾਰ ਨਹੀਂ ਹੈ, ਤੇ ਆਪਾਂ ਹੋਰ ਹੀ ਖਿਆਲ ਕਰਦੇ ਹਨ, ਮਨ 'ਚ ਖਿਆਲ ਕਰਦੇ ਪਤਾ ਨਹੀਂ ਕਿਵੇਂ ਤੁਰੇ ਫਿਰਦੇ ਨੇ ਮੁੰਡਾ ਤੇ ਕੁੜੀ। ਪਰ ਜਿਵੇਂ ਅੱਖਾਂ ਦੇ ਵਿੱਚ ਮਹਿਸੂਸ ਹੁੰਦਾ ਹੈ ਵਿਚਾਰ ਦਾ, ਆਪਾਂ ਕਹਿੰਦੇ ਭੈਣ ਭਾਈ ਤੁਰੇ ਜਾ ਰਹੇ, ਉਹ ਵਿਚਾਰ ਫਿਰ ਉਸ ਨਿਗਾਹ ਨਾਲ ਫਿਰ ਬੰਦਾ ਦੇਖਦਾ। ਇਵੇਂ ਜ਼ਿਕਰ ਅੱਜ ਜਿਵੇਂ ਅੱਖ ਦੇ ਉੱਤੇ ਕੋਈ ਚੀਜ਼ ਛੋਟਾ ਤੁਪਕਾ ਜਿਹਾ ਪੈ ਜੇ, ਹੈ ਨਾ, ਕੋਈ ਵੀ ਤਿਨਕਾ ਪੈ ਜੇ, ਉਹ ਜੀਵਨ ਦੇ ਵਿੱਚ ਆਪਾਂ ਨੂੰ ਦਿਖਦਾ ਨਹੀਂ ਹੈ ਪਰ ਮਹਿਸੂਸ ਹੁੰਦਾ ਹੈ। ਯਾਨੀ ਜਿੰਨੀ ਚੀਜ਼ ਨੂੰ ਨੇੜੇ ਲੈ ਕੇ ਆਉਂਦੇ ਆ ਫਿਰ ਦਿਖਣੋਂ ਹਟ ਜਾਂਦਾ ਹੈ, ਅੱਖ ਦੇ ਉੱਤੇ ਜੇ ਕੋਈ ਚੀਜ਼ ਪੈ ਜੇ ਫਿਰ ਉਹ ਮਹਿਸੂਸ ਹੁੰਦਾ ਹੈ, ਫਿਰ ਆਏ ਨਹੀਂ ਦਿਖਦਾ ਜਿਵੇਂ ਬਾਹਰ ਦਿਖਦਾ ਹੁੰਦਾ। ਤੇ ਅਸੀਂ ਫਿਰ ਲੋਕਾਂ ਨੂੰ ਕਹਿੰਦੇ ਭਾਈ ਮੇਰੀ ਅੱਖ ਦੇ ਉੱਤੇ ਦੇਖੋ ਕੀ ਪੈ ਗਿਆ, ਥੋੜਾ ਕੱਢੋ ਆਹ, ਹੈ ਨਾ, ਤਿਨਕਾ ਜਿਹਾ ਪੈ ਗਿਆ, ਇਹਨੂੰ ਕੱਢੋ। ਤੇ ਅਗਲਾ ਬੰਦਾ ਕਹਿੰਦਾ ਭਾਈ ਤੈਨੂੰ ਦਿਖਦਾ ਨਹੀਂ ਹੈ, ਕਹਿੰਦਾ ਮੈਨੂੰ ਦਿਖਦਾ ਨਹੀਂ ਹੈ, ਮੈਨੂੰ ਮਹਿਸੂਸ ਹੋ ਰਿਹਾ। ਸੋ ਜਿੰਨਾ ਆਪਾਂ ਫਿਰ ਅੱਖ ਦੇ ਪਰਦੇ ਤੋਂ ਅੰਦਰ ਜਾਂਦੇ ਹਾਂ ਉਹਨੂੰ ਮਹਿਸੂਸ ਕਰਨ ਨੂੰ ਦੇਖਣਾ ਕਹਿੰਦੇ ਨੇ, ਇਹ ਗੱਲ ਯਾਦ ਰੱਖਣਾ। ਸੋ ਦਰਸ਼ਨ ਪਾਉਣ ਦਾ ਅਰਥ ਹੈ ਕਿ ਅੰਦਰ ਮਹਿਸੂਸ ਕਰਨਾ। ਜਿੰਨਾ ਤੁਸੀਂ ਅੰਦਰ ਜਾਂਦੇ ਹੋ ਉਹਨਾਂ ਫਿਰ ਫੀਲ, ਜਿੰਨਾ ਤੁਹਾਡੇ ਅੰਦਰ ਫੀਲਿੰਗ ਆਉਂਦੀ ਹੈ ਕਿ ਆਏ ਸਾਡੇ ਅੰਦਰ ਰੱਬ ਜੀ ਵਸਦੇ ਨੇ। ਜਿਵੇਂ ਆਪਾਂ ਨੂੰ ਆਪਣੇ ਮਨ ਦੀ ਫੀਲਿੰਗ ਆਉਂਦੀ ਹੈ ਨਾ, ਆਪਾਂ ਜਿਵੇਂ ਅੰਦਰ ਪੜ੍ਹਦੇ ਹੁੰਦੇ ਬਾਣੀ ਪੜ੍ਹਦੇ ਹਾਂ ਅੰਦਰ ਇੱਕ ਫੀਲਿੰਗ ਆਉਂਦੀ ਹੈ ਕਿ ਅੱਜ ਮਨ ਟਿਕਿਆ, ਅੱਜ ਨਹੀਂ ਟਿਕਿਆ, ਅੱਜ ਪੜ੍ਹਦਿਆਂ ਮਨ ਚਲਾ ਗਿਆ ਇੱਧਰ ਉੱਧਰ, ਹੈ ਨਾ, ਉੱਥੇ ਰਿਹਾ ਨਹੀਂ ਜਿੱਥੇ ਆਪਾਂ ਪੜ੍ਹਦੇ ਸੀ, ਉੱਥੇ ਲੱਗਿਆ ਨਹੀਂ ਮਨ, ਤੇ ਆਏ ਫੀਲ ਹੁੰਦਾ। ਧਿਆਨ ਕਹਿੰਦੇ ਉਹਨੂੰ ਦੇਖਣਾ ਕਹਿੰਦੇ ਨੇ। ਸੋ ਜਦੋਂ ਆਪਾਂ ਆਪਣੇ ਮਨ ਨੂੰ ਪੜ੍ਹਦੇ ਹੋਏ ਦੇਖਦੇ ਹਾਂ ਉਹਦਾ ਅਰਥ ਹੈ ਕਿ ਪੜ੍ਹਦੇ ਹੋਏ ਆਪਾਂ ਫੀਲ ਕਰਦੇ ਹਾਂ। ਇਵੇਂ ਜੇਕਰ ਰੱਬ ਨੂੰ ਆਪਾਂ ਨੇ ਅੰਦਰ ਫੀਲ ਕਰਨਾ ਤੇ ਉਹ ਦਰਸ਼ਨ ਆਪਣੇ ਅੰਦਰ ਪ੍ਰਬਲ ਹੋਣੇ ਹਨ ਜੀ, ਐਸੇ ਦਰਸ਼ਨ ਹੋਣੇ ਨੇ ਆਪਣੇ ਅੰਦਰ। ਸੋ ਆਪਾਂ ਹੁਣ ਇੱਥੇ ਸ਼ਬਦ ਆਰੰਭ ਕਰ ਰਹੇ ਹਾਂ। ਕਹਿੰਦੇ ਭਾਈ ਜੈ ਘਰ ਕੀਰਤ ਆਖੀ ਹੈ, ਜਿਸ ਘਰ ਦੇ ਵਿੱਚ ਕਹਿੰਦੇ ਰੱਬ ਦੀ ਕੀਰਤ ਆਖੀ ਜਾਂਦੀ ਹੈ। ਕਹਿੰਦੇ ਭਾਈ ਜਿੱਥੇ ਆਖੀ ਦਾ ਅਰਥ ਹੈ ਕਿ ਉਹ ਅਖਵਾਉਂਦਾ ਤਾਂ ਆਖੀ ਜਾਂਦੀ ਹੈ ਨਾ। ਕਹਿੰਦੇ ਇਹ ਆਖਣ ਨਾਲ ਹੀ ਲਿਵ ਜੁੜਨੀ ਹੈ, ਆਖ ਰਹੇ ਲਿਵ ਲਾਏ। ਕਹਿੰਦੇ ਫੀਲ ਕਰਕੇ ਬੋਲਣਾ, ਫੀਲ ਕਰਕੇ ਕਹਿਣਾ, ਉਹਨੂੰ ਕਹਿੰਦੇ ਅੱਖੀ ਵੇਖਣਾ। ਧਿਆਨ ਰੱਖਣਾ। ਸੋ ਜੀਵਨ ਦੇ ਵਿੱਚ ਕੰਮ ਕਰਦਿਆਂ ਫੀਲ ਕਰੋ ਕਿ ਰੱਬ ਕਰਾ ਰਿਹਾ। ਜੇ ਤਾਂ ਫੀਲ ਕਰ ਰਹੇ ਹੋ ਤਾਂ ਫਿਰ ਤੁਸੀਂ ਕੀਰਤ ਗਾ ਰਹੇ ਹੋ। ਜੇ ਤਾਂ ਕੰਮ ਕਰਦੇ ਆ ਤੁਹਾਡੇ ਮਨ 'ਚ ਇੰਨੀ ਫੀਲਿੰਗ ਹੈ ਕਿ ਇਹ ਮੈਂ ਕੀਤਾ ਤਾਂ ਫਿਰ ਤੁਸੀਂ ਕਿਰਤ ਕਰ ਰਹੇ ਹੋ। ਕਿਰਤ ਤੱਕ ਬਹੁਤ ਅੱਛੀ ਕਿਰਤ ਕਰੋਗੇ ਪਰ ਮੁਕਤ ਨਹੀਂ ਹੋਵੋਗੇ। ਆਪਾਂ ਮੁਕਤ ਤਾਂ ਹੋਵਾਂਗੇ ਜੇ ਕਿਰਤ ਕਰਦਿਆਂ ਹੋਇਆਂ ਆਪਾਂ ਫੀਲ ਕਰੀਏ ਕਿ ਰੱਬ ਜੀ ਕਰਾ ਰਹੇ ਨੇ, ਤਾਂ ਮੁਕਤ ਹੋਵਾਂਗੇ। ਤਾਂ ਸਮਝੋ ਆਪਾਂ ਕਿਰਤ ਕਰਦਿਆਂ ਕੀਰਤ ਗਾਉਣ ਲੱਗੇ ਆ, ਉਹ ਵੀ ਕੀਰਤ ਗਾਉਂਦਿਆਂ ਆਖੀ ਹੈ ਕਿ ਉਹ ਅਖਵਾਉਂਦਾ ਤਾਂ ਆਪਾਂ ਆਖ ਰਹੇ ਹਾਂ, ਉਹ ਬੁਲਵਾ ਰਿਹਾ ਤਾਂ ਬੋਲਿਆ ਜਾ ਰਿਹਾ। ਇੱਥੇ ਤੱਕ ਸੁਰਤ ਆ ਜੇ ਜਿਹਦੇ ਵਿੱਚ ਕੇਵਲ ਕਰਤੇ ਦਾ ਵਿਚਾਰ ਬਣਿਆ ਰਹੇ। ਭਾਈ ਕਰਤੇ ਕਾ ਹੋਏ ਵਿਚਾਰੋ, ਜੈ ਘਰ ਕੀਰਤ ਆਖੀ ਹੈ,
करते का होए विचारो, तित घर गावो सोहेला, ਸਿਵਰੋ ਸਿਰਜਣਹਾਰੋ। ਕਹਿੰਦੇ ਉਸ ਮਾਲਕ ਦੇ ਘਰ ਦੇ ਵਿੱਚ ਜੀਵਨ ਦੇ ਵਿੱਚ ਸਿਮਰਨਾ ਕਰੋ ਉਸ ਸਿਰਜਣਹਾਰ ਨੂੰ। ਕਹਿੰਦੇ ਉਸ ਘਰ ਦੇ ਵਿੱਚ ਜਿਸ ਵੇਲੇ ਆਪਾਂ ਗਾਉਣ ਲੱਗਾਂਗੇ ਨਾ ਸੋਹਿਲਾ ਉਹਦੇ ਜਸ ਨੂੰ, ਜਿੱਥੇ ਆਪਾਂ ਕਿਰਤ ਕਰਦਿਆਂ ਹੋਇਆਂ ਕੀਰਤ ਗਾਉਂਦੇ ਹੋਈਏ ਤੇ ਗਾਉਂਦਿਆਂ ਹੋਇਆਂ ਆਪਾਂ ਮਹਿਸੂਸ ਕਰੀਏ ਜੀਵਨ ਦੇ ਵਿੱਚ ਕਿ ਮਾਲਕ ਇੱਕ ਕਰਤੇ ਦਾ ਵਿਚਾਰ ਹੈ। ਜੋ ਵੀ ਕੰਮ ਕਰਦੇ ਆ ਆਪਾਂ ਉਹਦੇ ਕਰਤੇ ਨਹੀਂ ਬਣਨਾ, ਕਰਤੇ ਦਾ ਵਿਚਾਰ ਰੱਖ ਕੇ ਕੰਮ ਕਰਨਾ। ਧਿਆਨ ਰੱਖਣਾ ਐਸੇ ਜਸ ਨੂੰ ਗਾਉਣਾ ਸਿੱਖਣਾ ਜੀ। ਇਹਦੇ ਉੱਤੇ ਆਪਣੀ ਵਿਚਾਰ ਹੀ ਨਹੀਂ ਹੁੰਦੀ। ਧਿਆਨ ਰੱਖਿਓ ਕੰਮ ਕਰਦਿਆਂ ਹੋਇਆਂ ਕਰਤੇ ਦਾ ਵਿਚਾਰ ਕਰਨਾ। ਜੇ ਨਹੀਂ ਤਾਂ ਕੰਮ ਕਰਦੇ ਹਾਂ ਕਰਤੇ ਦਾ ਵਿਚਾਰ ਨਹੀਂ ਕਰਾਂਗੇ ਕਿ ਤੂੰ ਕਰਾ ਰਿਹਾ ਤੇ ਫਿਰ ਆਪਾਂ ਉਸ ਕੰਮ ਦੇ ਵਿੱਚ ਫਸ ਜਾਾਂਗੇ। ਉਸ ਕੀਤੇ ਕੰਮ ਦੇ ਵਿੱਚ ਆਪਾਂ ਜੀਵਨ ਦੇ ਵਿੱਚ ਆਉਂਦੇ ਜਾਂਦੇ ਰਹਾਂਗੇ, ਦੁੱਖ ਭੋਗਦੇ ਰਹਾਂਗੇ। ਧਿਆਨ ਰੱਖ ਤਾਈਓ ਮਹਾਰਾਜ ਕਹਿੰਦੇ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸਕੋ ਸੁਖ ਨਹੀਂ ਕੋਈ, ਜਬ ਇਹ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋੜ ਮੈਂ ਫਿਰਤਾ। ਉਦੋਂ ਤੱਕ ਆਪਾਂ ਆਉਂਦੇ ਜਾਂਦੇ ਰਹਿਣੇ। ਸੋ ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਤਿਤ ਘਰ ਗਾਵੋ ਸੋਹਿਲਾ, ਉਸ ਘਰ ਦੇ ਵਿੱਚ ਉਸ ਘਰ ਦੇ ਵਿੱਚ ਸੁਰਤ ਟਿਕੇ, ਉਸ ਘਰ ਦੇ ਵਿੱਚ ਸੋਹਿਲੇ ਨੂੰ ਗਾਉਣਾ ਕਰੋ, ਜਸ ਨੂੰ ਗਾਉਣਾ ਕਰੋ। ਇੱਕ ਐਸਾ ਸਿਮਰੋ, ਐਸਾ ਰੱਬ ਨੂੰ ਹਮੇਸ਼ਾ ਸਿਮਰਨਾ। ਕਹਿੰਦੇ ਭਾਈ ਉਹ ਸਿਰਜਣਹਾਰ ਨੂੰ ਜਿਹੜਾ ਹਰੇਕ ਚੀਜ਼ ਨੂੰ ਸਿਰਜ ਰਿਹਾ ਆਪਣੇ ਅੰਦਰੋਂ। ਕਹਿੰਦੇ ਭਾਈ ਇਸ ਨੂੰ ਵਿਚਾਰ ਕਰਿਓ। ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਐ ਮੇਰੇ ਮਨਾ ਮੇਰੇ ਨਿਰਭਉ ਦਾ ਸੋਹਿਲਾ ਗਾਉਣਾ ਕਰੋ। ਇਸ ਗੱਲ ਨੂੰ ਆਪਾਂ ਪਹਿਲਾਂ ਵਿਚਾਰ ਕਰਿਓ ਕਿ ਭਾਈ ਨਿਰਭਉ ਦਾ ਸੋਹਿਲਾ ਕਿਹਨੂੰ ਕਹਿ ਰਹੇ। ਕਹਿੰਦੇ ਜਿਹਨੂੰ ਗਾਇਆ ਆਪਣਾ ਡਰ ਖਤਮ ਹੋ ਜੇ। ਆਪਣੇ ਤੇ ਜਿਹੜਾ ਡਰ ਪੈਦਾ ਹੁੰਦਾ ਨਾ ਜੀ, ਡਰ ਪੈਦਾ ਹੁੰਦਾ ਹੀ ਤਾਂ ਹੈ ਕਿਉਂਕਿ ਆਪਾਂ ਰੱਬ ਨੂੰ ਦੂਰ ਸਮਝਦੇ ਹਾਂ। ਕਹਿੰਦੇ ਡਰ ਡਰ ਮਰਤੇ ਜਬ ਜਾਣੀਏ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਸ ਨਿਰਭਉ ਨੂੰ ਗਾਓ ਜਿਹੜਾ ਜੀਵਨ ਦੇ ਵਿੱਚ ਨਿਰਭਉ ਜਪੇ ਸਗਲ ਭਉ ਮਿਟੇ। ਜਿਹਨੂੰ ਮਹਾਰਾਜ ਕਹਿੰਦੇ ਨਾਨਕ ਹਰ ਗੁਣ ਨਿਰਭਉ ਗਾਈ। ਕਹਿੰਦੇ ਹਰੇਕ ਵਿੱਚ ਵਸਦੇ ਰੱਬ ਦੇ ਗੁਣਾਂ ਨੂੰ ਜਿਸ ਵੇਲੇ ਗਾਵਾਂਗੇ ਤਾਂ ਉਸ ਨਿਰਭਉ ਨੂੰ ਗਾਉਣ ਲੱਗਾਂਗੇ। ਮਹਾਰਾਜ ਕਹਿੰਦੇ ਨਿਰਭਉ ਭਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰਿਆ। ਕਹਿੰਦੇ ਉਸ ਨਿਰਭਉ ਨੂੰ ਜਿਸ ਵੇਲੇ ਆਪਾਂ ਜਪਾਂਗੇ ਸਾਡੇ ਡਰ ਦੂਰ ਖਤਮ ਹੋਣਗੇ। ਕਹਿੰਦੇ ਭੈ ਬਿਨ ਸੇ ਨਿਰਭਉ ਹਰ ਧਿਆਇਆ। ਕਹਿੰਦੇ ਜਿਵੇਂ ਆਪਾਂ ਐਸੇ ਨਿਰਭਉ ਨੂੰ ਆਪਣੇ ਅੰਦਰ ਘੱਟ ਬੈਠੇ ਮਾਲਕ ਨੂੰ ਧਿਆਵਾਂਗੇ ਤੇ ਡਰ ਖਤਮ ਹੋਣ ਲੱਗੇਗਾ। ਨਹੀਂ ਤਾਂ ਕਹਿੰਦੇ ਭਾਈ ਡਰ ਜੀਵਨ ਵਿੱਚ ਬਣਿਆ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ। ਕਹਿੰਦੇ ਜਿਹੜਾ ਭਾਈ ਇਸ ਬਾਣੀ ਦੇ ਸ਼ਬਦ ਨੂੰ ਕਹਿੰਦੇ ਗੁਰ ਜੁਗਤ ਦੇ ਸ਼ਬਦ ਨੂੰ ਜੋ ਮਹਾਰਾਜ ਅੰਦਰ ਦੇ ਗਾਉਣ ਵਾਲੇ ਨੂੰ ਗਵਾਉਣਾ, ਯਾਨੀ ਜਿਹੜਾ ਆਪਾਂ ਨਾ ਮਨ ਅੰਦਰ ਗਵਾਰ ਹੈ ਨਾ ਉਹਨੂੰ ਗਾਈ ਜਾਣਾ। ਆਪਾਂ ਗਾਉਂਦਿਆਂ ਹੈ ਗਵਾਉਣ ਵਾਲਾ ਜਿਹੜਾ ਆਪਣਾ ਉਸ ਨੂੰ ਗਾਈ ਜਾਣਾ। ਜੀਵਨ ਵਿੱਚ ਐਸਾ ਘੱਟ ਬੈਠੇ ਮਾਲਕ ਦੇ ਉਸ ਗੁਰ ਨੂੰ ਸਮਝਣਾ ਪੈਣਾ। ਕਹਿੰਦੇ ਐਸੀ ਅਵਸਥਾ ਨੂੰ ਜਿਸ ਵੇਲੇ ਆਪਾਂ ਪਾਵਾਂਗੇ ਤਾਂ ਨਿਰਭਉ ਦਾ ਸੋਹਿਲਾ ਗਾਇਆ ਜਾਣਾ। ਉਸ ਮਾਲਕ ਨੂੰ ਰਾਤ ਨੂੰ ਸੌਣ ਲੱਗਿਆ ਜਿਸ ਤਰ੍ਹਾਂ ਅੱਖ ਬੰਦ ਕਰਦੇ ਨਾ ਜੀ ਆਪਾਂ, ਤੇ ਆਪਣੇ ਮਨ ਨੂੰ ਸਮਝਾਉਣਾ ਕਿ ਹੁਣ ਤੂੰ ਚੁੱਪ ਕਰ, ਰੱਬ ਸਭ ਜਾਣਦਾ, ਤੈਨੂੰ ਬੋਲਣ ਦੀ ਲੋੜ ਹੀ ਨਹੀਂ, ਹੈ ਨਾ। ਤੇ ਉਸ ਮਾਲਕ ਦੇ ਫਿਰ ਬਾਣੀ ਨੂੰ ਗਾਉਣਾ। ਕਹਿੰਦੇ ਭਾਈ ਉਹ ਅਬਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ। ਨਹੀਂ ਤਾਂ ਬੰਦੇ ਦਾ ਮਨ ਡਰਦਾ ਰਹਿੰਦਾ। ਕਹਿੰਦੇ ਭਾਈ ਉਹ ਡਰ ਜਿਹੜਾ ਰਾਤ ਨੂੰ ਆਪਾਂ ਛਾਲਾ ਮਾਰ ਮਾਰ ਉੱਠਦੇ ਹਾਂ, ਚੀਕਦੇ ਨੇ ਲੋਕ, ਧਿਆਨ ਰੱਖ ਭੱਜੇ ਫਿਰਦੇ ਨੇ, ਡਰਦਾ ਰਹਿੰਦਾ ਨਾ ਮਨ, ਉਹ ਡਰ ਖਤਮ ਹੁੰਦਾ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੂਟੇ। ਤਾਈਓ ਮਹਾਰਾਜ ਨੇ ਇਹ ਸਾਨੂੰ ਕਿਹਾ ਭਾਈ ਨਿਤਨੇਮ ਦੀ ਬਾਣੀਆਂ 'ਚ ਸੌਣ ਲੱਗਿਆ ਪੜ੍ਹਨਾ। ਨਹੀਂ ਤਾਂ ਬੰਦਾ ਜਦੋਂ ਸੌਣ ਲੱਗਾ ਨਹੀਂ ਨਾ ਪੜ੍ਹਦਾ ਉਹਦਾ ਮਨ ਇੱਧਰ ਉੱਧਰ ਭਟਕਦਾ ਰਹਿੰਦਾ। ਘੱਟ ਬੈਠੇ ਰੱਬ ਦੇ ਉੱਤੇ ਯਕੀਨ ਨਹੀਂ ਆਉਂਦਾ ਤੇ ਇੱਧਰ ਉੱਧਰ ਹੀ ਖਿਆਲ ਕਰਦਾ ਕਰਦਾ ਫਿਰ ਸੌਂ ਜਾਂਦਾ। ਫਿਰ ਰਾਤ ਨੂੰ ਉਸ ਤਰ੍ਹਾਂ ਹੀ ਫਿਰ ਸੁਪਨੇ ਲੈਂਦਾ, ਉਸ ਤਰ੍ਹਾਂ ਫਿਰ ਉਹਦਾ ਮਨ ਉਛਲਦਾ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਭਾਈ ਐਸੀ ਅਵਸਥਾ ਸੱਚੇ ਪਾਤਸ਼ਾਹ ਨੇ ਸਾਨੂੰ ਦੱਸੀ। ਕਹਿੰਦੇ ਜਿਨ ਨਿਰਭਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾ। ਕਹਿੰਦੇ ਜੀਵਨ ਵਿੱਚ ਜਿਹੜਾ ਐਸੇ ਨਿਰਭਉ ਦੇ ਮਾਲਕ ਦੇ ਨਾਮ ਨੂੰ ਧਿਆਉਂਦਾ ਉਹਦਾ ਸਾਰਾ ਡਰ ਖਤਮ ਹੁੰਦਾ ਹੈ। ਮਹਾਰਾਜ ਕਹਿੰਦੇ ਕਵਨ ਸੋ ਘਰ ਜੋ ਨਿਰਭਉ ਕਹੀਏ, ਭਉ ਭਜ ਜਾਏ ਅਭੈ ਹੋਏ ਰਹੀਏ। ਐਸੀ ਸਾਨੂੰ ਜਗ੍ਹਾ ਦੱਸੋ ਮਹਾਰਾਜ ਕਿਹੜਾ ਘਰ ਹੈ ਜਿੱਥੇ ਮੇਰਾ ਜੀਵਨ ਨਿਰਭਉ ਰਹਿੰਦਾ ਹੋਵੇ। ਕਹਿੰਦੇ ਡਰ ਭੱਜ ਜੇ ਕਿ ਅਭੈ ਹੋਏ ਰਹੀਏ। ਨਿਡਰ ਜੋਤ ਕੀ ਜਾਤ, ਜਾਤ ਕੀ ਜੋਤੀ,
ਤਿਤ ਲਾਗੇ ਕੰਚੂਆ ਫਲ ਮੋਤੀ। ਕਹਿੰਦੇ ਜਿਸ ਜਾਤ ਆਪਾਂ ਮਨੁੱਖਾ ਜਾਤ ਵਿੱਚ ਆਏ ਉਸ ਜੋਤ ਦੇ ਨਾਲ ਜੁੜੋ। ਕਹਿੰਦੇ ਜਿਹਦੇ ਨਾਲ ਆਪਾਂ ਜਾਣੇ ਆ, ਕਹਿੰਦੇ ਭਾਈ ਉਸ ਦੇ ਨਾਲ ਜੁੜਿਆ ਹੀ ਆਪਾਂ ਨਿਰਭਉ ਹੋਵਾਂਗੇ ਅੰਦਰ। ਸੋ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ। ਜਿਹੜਾ ਰਮਿਆ ਹੈ ਨਾ ਆਪਣੇ ਅੰਦਰ, ਐਸਾ ਸਾਡੇ ਸਾਰਿਆਂ ਦੇ ਵਿੱਚ ਨਿਰਭਉ ਹੋ ਕੇ ਰੱਬ ਆਪ ਵਰਤਦਾ। ਸੋ ਸੱਚੇ ਪਾਤਸ਼ਾਹ ਨੇ ਅਸੀਂ ਬਹੁਤ ਸਾਰੇ ਸ਼ਬਦ ਦੱਸੇ ਨੇ। ਕਹਿੰਦੇ ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਏ। ਕਹਿੰਦੇ ਜੀਵਨ ਸੱਚਾ ਜਦੋਂ ਤੁਸੀਂ ਬੋਲਣ ਲੱਗਦੇ ਹੋ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਲੱਗ ਜਾਓ ਨਾ ਦਿਨੇ, ਤੇ ਫਿਰ ਬੰਦਾ ਡਰਦਾ ਨਹੀਂ ਹੈ। ਧਿਆਨ ਰੱਖ, ਉਹਦਾ ਰਾਤ ਨੂੰ ਫਿਰ ਉਸੇ ਘਰ ਦੇ ਵਿੱਚ ਨੀਂਦ ਆਉਂਦੀ ਹੈ, ਉਸੇ ਘਰ ਵਿੱਚ ਥੱਕਿਆ ਹੁੰਦਾ ਤੇ ਬੰਦਾ ਜਾ ਕੇ ਸੌਂ ਜਾਂਦਾ ਅੰਦਰ। ਕਹਿੰਦੇ ਭਾਈ ਫਿਰ ਉਹਦੇ ਸੁਪਨੇ ਖਤਮ ਹੋ ਜਾਂਦੇ। ਧਿਆਨ ਰੱਖ, ਉਹਦਾ ਡਰ ਖਤਮ ਹੋ ਜਾਂਦਾ। ਸੋ ਜੀਵਨ ਐਸੀ ਇੱਕ ਦਿਨ ਅਵਸਥਾ ਆਉਂਦੀ ਹੈ ਕਿ ਉਹਦੀ ਨਿਦਰਾ ਹੀ ਮਿਟ ਜਾਂਦੀ ਹੈ। ਕਹਿੰਦੇ ਖੰਡਤ ਨਿਦਰਾ ਅਲਪਹਾਰੰ ਨਾਨਕ ਤਤ ਵਿਚਾਰੋ। ਸੋ ਸੱਚੇ ਪਾਤਸ਼ਾਹ ਇੱਥੇ ਸ਼ਬਦ ਦੱਸ ਰਹੇ ਨੇ ਕਿ ਭਾਈ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਐ ਮੇਰੇ ਮਨਾ ਉਸ ਨਿਰਭਉ ਦਾ ਸੋਹਿਲਾ ਮੇਰੇ ਮਨਾ ਤੂੰ ਗਾਉਣਾ ਕਰ। ਜਦੋਂ ਆਪਾਂ ਬਾਣੀ ਪੜ੍ਹੀਏ ਨਾ ਜੀ, ਐਸਾ ਜਾਣੋ ਕਿ ਮਨ ਨੂੰ ਰੱਬ ਉਸ ਬਾਣੀ ਰਾਹੀਂ ਸਮਝਾ ਰਹੇ ਨੇ, ਤੇ ਮਨ ਫਿਰ ਉਸ ਤਰ੍ਹਾਂ ਸਮਝ ਕੇ ਫਿਰ ਉਸ ਤਰ੍ਹਾਂ ਐਕਟ ਕਰ ਰਿਹਾ, ਉਸ ਤਰ੍ਹਾਂ ਜੀਵਨ ਦੇ ਮੂਵ ਕਰ ਰਿਹਾ। ਸੋ ਇਹ ਦੋਨੋਂ ਡਾਇਰੈਕਸ਼ਨ ਆਪਣੇ ਮਨ ਦੇ ਵਿੱਚ ਹੀ ਆਉਣੇ ਨੇ ਇਸ ਬਾਣੀ ਦੇ ਰਾਹੀਂ। ਸੋ ਕਹਿੰਦੇ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਕਹਿੰਦੇ ਜਿੱਥੇ ਆਪਣੀ ਹਉਮੈ ਵਾਰੀ ਜਾਏ, ਆਪਣੇ ਆਪ ਨੂੰ ਕੁਰਬਾਨ ਕੀਤਾ ਜਾਏ। ਜਿਵੇਂ ਹੁਣ ਆਪਾਂ ਰਾਤ ਨੂੰ ਸੌਂ ਰਹੇ ਹੈ ਨਾ, ਸੌਣ ਲੱਗਿਆ ਆਪਣੇ ਮਨ ਨੂੰ ਪਹਿਲਾਂ ਤਾਂ ਸਮਝਾਓ ਕਿ ਬੇਟ ਮਨਾ ਰੱਬ ਤੇਰੇ ਨਾਲ ਵੱਸਦਾ ਹੈ, ਹੁਣ ਤੂੰ ਚੁੱਪ ਕਰ ਜਾ। ਤੂੰ ਹੁਣ ਕਿਹਨੂੰ ਬੋਲ ਰਿਹਾ? ਸਭ ਸੁੱਤੇ ਹੋਏ ਨੇ, ਸਭ ਸੁੱਤੇ ਹੋਏ ਨੇ, ਤੈਨੂੰ ਕਿਸੇ ਨੇ ਤੇਰੀ ਸੁਣਨੀ ਤਾਂ ਹੈ ਨਹੀਂ, ਹੈ ਨਾ, ਸਭ ਸੁੱਤੇ ਨੇ, ਤੂੰ ਹੁਣ ਬੋਲਣਾ ਨਹੀਂ। ਤੇ ਹੁਣ ਜਿਹਨੂੰ ਤੂੰ ਬੋਲੇਗਾ ਉਹ ਤੂੰ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਉਹ ਰੱਬ ਤੇਰੇ ਅੰਦਰ ਜਿਹੜਾ ਬੈਠਾ ਉਹ ਜਾਣਦਾ, ਉਹਨੂੰ ਤੈਨੂੰ ਬੋਲਣ ਦੀ ਲੋੜ ਹੀ ਨਹੀਂ ਹੈ। ਉਹ ਤੇਰੇ ਬਿਨਾਂ ਬੋਲਿਆ ਜਾਣਦਾ, ਬਿਨ ਬੋਲਿਆ ਸਭ ਕੁਛ ਜਾਣਦਾ। ਕਿਸ ਆਗੇ ਕੀਚੇ ਅਰਦਾਸ। ਜੇ ਤੈਨੂੰ ਸਭ ਜਾਣਦਾ ਹੈ, ਤੈਨੂੰ ਉਹਨੂੰ ਤਾਂ ਤੈਨੂੰ ਬੋਲ ਕੇ ਸੁਣਾਉਣਾ ਨਹੀਂ। ਹੋਰ ਬਾਕੀ ਸੁੱਤੇ ਹੋਏ ਤੂੰ ਕਿਸੇ ਨੂੰ ਬੋਲ ਕੇ ਸੁਣਾ ਨਹੀਂ ਸਕਦਾ, ਫਿਰ ਤੂੰ ਕਿਉਂ ਬੋਲੀ ਜਾਂਦਾ? ਕਹਿੰਦਾ ਉਹ ਜਿਹੜੀ ਆਦਤ ਹੈ ਨਾ ਮਨ ਦੀ, ਉਹ ਖਤਮ ਕਰਨੀ ਜੀ। ਉੱਥੇ ਆਪਣੇ ਆਪ ਨੂੰ ਕੁਰਬਾਨ ਕਰਨਾ, ਉੱਥੇ ਉਹਦਾ ਕੇਵਲ ਘੱਟ ਬੈਠੇ ਰੱਬ ਦਾ ਜਸ ਗਾਉਣਾ, ਜਿੱਥੇ ਆਪਣੇ ਮਨ ਨੂੰ ਸਦਾ ਸੁੱਖ ਪ੍ਰਾਪਤ ਹੋਏ। ਇਹ ਮਨ ਨੂੰ ਸਮਝਾਉਣਾ ਪੈਂਦਾ। ਭਾਈ ਰੇ ਮਨ ਇਸ ਮਨ ਕੋ ਸਮਝਾਏ, ਆਪਣੇ ਮਨ ਨੂੰ ਬਾਰ-ਬਾਰ ਸਮਝਾਉਣਾ ਪੈਂਦਾ। ਧਿਆਨ ਰੱਖਣਾ। ਸੋ ਮਹਾਰਾਜ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਇਸ ਰਹਾਉ ਦੀ ਪੰਕਤੀ ਦੇ ਇਰਦ ਗਿਰਦ ਇਸ ਆਸ਼ੇ ਦੇ ਅਨੁਸਾਰ ਇਹ ਸਾਰੇ ਸ਼ਬਦ ਦਾ ਵਿਮੋਚਨ ਹੋਣਾ, ਵਿਚਾਰ ਹੋਣੀ। ਕਹਿੰਦੇ ਤੁਮ ਗਾਵੋ ਐ ਮੇਰੇ ਮਨਾ ਗਾਉਣਾ ਕਰ ਮੇਰੇ ਨਿਰਭਉ ਕਾ ਸੋਹਿਲਾ। ਉਹ ਜਿਹੜਾ ਰੱਬ ਨਿਰਭਉ ਹੈ ਤੂੰ ਉਹਦਾ ਸੋਹਿਲਾ ਗਾਇਆ ਕਰ, ਤਾਂ ਕਿ ਤੇਰੀ ਰਾਤ ਨੂੰ ਜਿਹੜੇ ਡਰ ਉੱਠ ਕੇ ਭੱਜਦਾ ਨਾ, ਉੱਠ ਕੇ ਰਾਤ ਨੂੰ ਡਰ ਕੇ ਉੱਠਦਾ ਹੈ, ਚੀਕਾਂ ਮਾਰਦਾ ਹੈ ਨਾ, ਕਹਿੰਦੇ ਭਾਈ ਉਹ ਤੇਰੀ ਅਵਸਥਾ ਨਿਡਰਤਾ ਵਿੱਚ ਆਵੇ। ਨਿਰਭਉ ਜਪੇ ਸਗਲ ਭਉ ਮਿਟੇ, ਸਾਰੇ ਡਰ ਖਤਮ ਹੁੰਦੇ ਨੇ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਉ ਵਾਰੀ, ਕਹਿੰਦੇ ਆਪਣੇ ਆਪ ਨੂੰ ਕੁਰਬਾਨ ਕਰ, ਮਿਟਾ। ਜਿਤ ਸੋਹਿਲੇ ਜਿਹਦਾ ਜਸ ਗਾਇਆ, ਕਹਿੰਦੇ ਸਦਾ ਸੁਖ ਹੋਏ, ਹਮੇਸ਼ਾ ਤੈਨੂੰ ਸੁਖ ਪ੍ਰਾਪਤ ਹੋਵੇ। ਨਿਤ ਨਿਤ ਜੀੜੇ ਸੰਭਾਲੀਆਂ ਦੇਖੈਗਾ ਦੇਵਨਹਾਰ। ਕਹਿੰਦੇ ਉਹ ਜਿਹੜਾ ਮਾਲਕ ਤੇਰੇ ਅੰਦਰ ਵਸਦਾ ਹੈ ਨਾ, ਉਹ ਹਮੇਸ਼ਾ ਕੋਈ ਐਸਾ ਸਮੇਂ ਨਹੀਂ ਹੈ ਜੋ ਤੇਰੇ ਜੀੜੇ ਨੂੰ ਸੰਭਾਲਦਾ ਨਹੀਂ, ਤੇਰੇ ਜੀਵਨ ਨੂੰ ਜਿਉਣ ਦੀ ਅਵਸਥਾ ਨੂੰ ਸੰਭਾਲਦਾ ਨਹੀਂ ਹੈ, ਤੇਰੇ ਜਿਉਂਦੇ ਨੂੰ ਉਹ ਰੱਖਦਾ ਨਹੀਂ ਹੈ। ਧਿਆਨ, ਉਹ ਰੱਖਦਾ। ਐਸਾ ਕੋਈ ਸਮੇਂ ਨਹੀਂ ਹੈ ਜਿਹੜਾ ਤੈਨੂੰ ਉੱਥੇ ਨਹੀਂ ਰੱਖਦਾ ਹੋਵੇ, ਉਹ ਆਪ ਰੱਖਦਾ। ਕਹਿੰਦੇ ਉਹ ਤੈਨੂੰ ਦੇਖਦਾ, ਉਹ ਦੇਣਹਾਰ, ਉਹਨੂੰ ਪਤਾ ਤੈਨੂੰ ਕਦੋਂ ਦੇਣਾ ਹੈ। ਧਿਆਨ ਰੱਖਣਾ, ਉਹ ਦੇਵਨਹਾਰ ਜਿਹੜਾ ਤੇਰੇ ਅੰਦਰ ਵਸਦਾ ਹੈ, ਉਹ ਮਾਲਕ ਸਮਰੱਥ ਹੈ। ਕਹਿੰਦੇ ਤੂੰ ਐਵੇਂ ਸੰਕਲਪ ਵਿਕਲਪ ਆਸਾ ਮਨਸਾ ਵਿੱਚ ਨਾ ਆਪਣੇ ਸੁਰਤ ਨੂੰ ਘੁਮਾਈ ਜਾ। ਕਹਿੰਦੇ ਤੂੰ ਘੱਟ ਬੈਠੇ ਰੱਬ ਤੇ ਸੌਣ ਲੱਗਿਆ, ਬਿਲਕੁਲ ਐ ਸੌਂ ਜਿਵੇਂ ਤੂੰ ਹੁਣ ਇਸ ਵੇਲੇ ਸੰਸਾਰ ਛੱਡ ਕੇ ਚਲਾ ਗਿਆ। ਆਹ ਦੇਖੋ ਹੁਣ ਕਰੋਨਾ ਦਾ ਦਿਨ ਆ ਗਿਆ ਨਾ, ਹੁਣ ਸਾਰੇ ਕੰਮ ਕਾਰੋਬਾਰ ਸਭ ਬੰਦ ਹੋ ਗਏ ਹੈ ਨਾ। ਹੁਣ ਕੋਈ ਨਹੀਂ ਖਿਆਲ ਕਰਦਾ ਕਿ ਮੈਂ ਕਮਾਉਣਾ ਸੀਗਾ ਜੀ, ਮੈਂ ਫਲਾਣਾ ਲੈਣਾ ਸੀ ਜੀ, ਫਲਾਣਾ ਦੇਣਾ ਸੀ ਜੀ, ਕਿਤੇ ਨਹੀਂ ਮਿਲਦਾ ਹੁਣ। ਐਸਾ ਸਮਝੋ ਰਾਤ ਦੀ ਨੀਂਦ ਆ ਗਈ, ਸਮਝੋ। ਹੁਣ ਐਂ ਸਮਝੋ ਕਿ ਦਿਨ ਆਪਾਂ ਇਸ ਤਰ੍ਹਾਂ ਚਲੇ ਗਏ, ਸਮਝੋ। ਰੋਜ਼ ਦਾ ਸੌਣਾ, ਰੋਜ਼ ਦਾ ਸਮਝੋ ਮਰਨ ਦਾ ਅਭਿਆਸ ਹੈ। ਇਹ ਸਾਰੇ ਸ਼ਬਦ ਨੂੰ ਆਪਾਂ ਅਖੀਰ ਜਿਸ ਵੇਲੇ ਪੜਾਂਗੇ ਨਾ, ਉੱਥੇ ਪਰ ਆਪਾਂ ਇਸੇ ਕੰਕਲੂਜਨ ਤੇ ਪਹੁੰਚਾਂਗੇ, ਇਸੇ ਵਿਚਾਰ ਤੇ ਪਹੁੰਚਾਂਗੇ। ਕਹਿੰਦੇ ਉਹ ਰੱਬ ਜਿਹੜਾ ਤੇਰੇ ਅੰਦਰ ਵਸਦਾ ਹੈ, ਉਹ ਤੈਨੂੰ ਦੇਖਦਾ ਹੈ, ਉਹ ਤੈਨੂੰ ਦਿੰਦਾ ਹੈ, ਉਹ ਦੇਣਹਾਰ, ਉਹ ਆਪ ਦੇਊਗਾ। ਤੈਨੂੰ ਬਿਲਕੁਲ ਖਿਆਲ ਨਹੀਂ ਕਰਨਾ ਹੈ।
चुप करके तेरा शब्द मर जे। इन्ना मन नूं समझाउणा पैंदा है भाई, समझाउणा पवेगा। ये रोज़ दी रात की सौण की अवस्था ये मरण की तैयारी है। रोज़ का जिहड़ा सौना है ये अपने जीवन का मरण की एक अवस्था है। एक दिन सोवन होएगो लांबे गोर पसा। एक दिन आपां ने हमेशा वास्ते सौ जाना, फिर ध्यान रखना। उस वेले उही हाल होना जिहड़ा हुण आपां नूं अपना रात नूं हाल हुंदा है। जिथे जिथे आप रात दिने ख्याल करते हैं, फिर रात में सुपने आते, भजे फिरते होने, शरीर अपना बैड ते पिया होंगे है ना। इवें जिक्र जिसले आप मरांगे ना, फिर इवें जिक्र अपना मन घुमदा होगा, भजदा होगा, उस जिथे जेड़े 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 ख्याल कीते सीगे उस तरह फिर ख्यालों भुगतदा फिर जन्म लूगा, जन्म का मरदा रहू। सो सच्चे पातशाह कहते हैं भाई अपने मन को रोज़ समझाना। सौन लग्या कीर्तन सोहले का पाठ विचार करके पहला पढ़ लेना, फिर उस मन को पढ़ाना, तो पढ़द्या होए विचार ये मन च टिकती जाए, उस प्यार नाल पढ़ना। सो महाराज कहते नित नित जियड़े संभालियन देखैगा देवनहार। कहते वो मेरा मालिक आप देखूगा भाई, तेनों कोई चिंता करने की लोड़ नहीं। हरेक प्रकार की जिथे जिथे तेनों देखना है ना रब ने, जिथे जिथे तू चाहना कि मेरा काम हो जाए, रब आप देखूगा। ध्यान रख, देखा है, देखेगा अर्थ कोई ऐसा जगह नहीं छड्डेगा जिथे वो नहीं देखेगा। जे एक पासे देखना तो उसे कला लाम लगी हुई देखे है ना, इतने देखा है वो आप देखेगा। ध्यान रखना हरेक पासा कोई ऐसा पासा नहीं है जिहड़ी चीज़ तेनों मिलनी होवे ते रब ना तेनों वो बाच के देवे, रब आप ना वो देख के तेनों देवे। तेन जिथे तेन जरूरत होगी उत्थे तेनों रब देऊगा, जिथे तेनों रोकना होगा तो रब ने रोक देना। ध्यान रख। सो महाराज कहते नित नित जियड़े संभालियन देखैगा देवनहार। तेरे दाने कीमत ना पवै तिस दाते कवन सुमार। कहते मेरे मालिक दे दिते हुए दान दी है ना कोई कीमत नहीं पा सकता, कोई कीमत नहीं पै सकता। ध्यान नहीं पै सकता, किसी प्रकार की नहीं पै सकता। कहते तिस दाते कवन सुमार, ऐसे दाते नूं कोई सुमार सकता है, कोई उसनूं करैक्ट कर सकता है कि मारे तू आए नहीं करना सी, आए कर देना सी, आए नहीं करना सी, आए दे देना सी, आए आए ना दे तो आए दे दी तू है ना। आए कहते कोई उन्होंने करैक्ट करने की लोड़ नहीं, वो अपने आप कंप्लीट है। उन्होंने पता है कि कित्थे देना, जिथे मैनू देना होगा तो रब देऊगा, जिथे नहीं देना होगा तो रब मैनू नहीं देऊगा। ध्यान रख, मेरा जितना मर्जी मैं ख्याल करना उस ख्यालों के मैं दुखी होवांगा। ध्यान रख, ऐसे चिंता के ही बंदा एजिंग प्रोसैस में जाता है। सो सच्चे पातशाह कहते हैं भाई तेरे दान ने कीमत ना पवै। घट बैठे मालक की दिते हुए दान की कहते भाई कोई कीमत नहीं पा सकती। ये फिर मन संतोख च जाऊगा। नहीं तो बंदा कहना मैनू तो जी बहुत कुछ मिलना चाहिए सी, मैंने तो मिलिया ही नहीं, दिता ही नहीं रब ने हाले है ना। मैं तो बड़ा योग हाँ, बहुत ताकतवर आ, मेरा शरीर देखो कि हिस्ट पुष्ट है, मैं तो बहुत कुछ कर देना सी पर रब ही नहीं कर दिंदा मैनू। आए ख्यालों के बंदा दुखी हो जाता। सो महाराज कहते तेनों दुखी होने की लोड़ नहीं। तेनों जे शरीर दिता तो उन्हें बनवाया तां बनया, जे तेरे ताकत है तो उन्हें दिती है तां आई हुई है। कहने जिस वेले कुछ देना होगा तो रब उस वेले देऊगा, तो नहीं देऊगा तो तेन कुछ नहीं मिलना। ध्यान रखना। सो महाराज कहते दान तेरे दाने कीमत ना पवे। तेरी दान की किसी भी प्रकार के दिते हुए दान की कहते कोई कीमत नहीं है मेरे मालिक। कहते तिस दाते कवन सुमार, ऐसे दाते नूं जो अपने विच वसदे ने मालिक जी, कहते उन्होंने कौन सुमार सकता है, कौन करैक्ट कर सकता है, कोई करैक्ट नहीं कर सकता। वह अर्थ ये है यानी इसमें करैक्ट करते ना निकली मेरे मना। कहते संबत साहा लिखिया मिलकर पाव हो तेल। कहते एक गल याद रखना, हरेक बंदे का जिस वेले आप मरण लिखाए मंडल में है, जिस वेले आप पैदा होए ना जी अपना मरण रब ने लिख दिता है। सब का संबत साहा यानी सब का साहा कढ़िया है रब ने। ध्यान जिवें लोगों का ब्याह होंदा कहंदे साहा कढ़ो जी है ना, कदों ब्याह करिए किहड़े दिन नूं करिए। फिर कहंदे भाई फिर लोग जिवें उहदा ब्याह होंदा तो फिर मिल के कहंदे सारे जने चौगाट च कहंदे भाई जिस वेले आउंदा ना घर प्रवेश करदा तेल पाउंदे ने है ना, ਇਹਦੀ ਵਧਾਈ ਦਿੰਦੇ ਨੇ, यानी घर आ गया सी साडे ਜਿਹੜਾ संबत हो गया सी साहा ਇਹਦਾ लिखिया गया। कहंदे भाई हुणे घरे आ गए ब्याह के। कहंदे इत्थे तक अपनी सुरत टिक जे घट बैठे मालक दे कि ये मन नूं याद रहे कि जदों तैं मरना उदों तैं मरना ही मरना, तेरा लिखिया है। ध्यान रखना। सो तेनों डरन की लोड़ नहीं। तेनों जीवन दे विच तू अपने मन नूं रब की गल नूं स्वीकार कर। ऐ मेरे मना, ऐ मेरे जीवन के इंद्रियो, मेरे जीवन के 5 ज्ञान इंद्रिय ते 5 कर्म इंद्रिय। ध्यान रखना ये सहयोग ने। ध्यान रखना अज मैं देखना सी, मैं वो सुनना सी है ना, मैं वो खाना सी, मैं वो रहिंदा सी, मेरा
ਉਹਨੇ ਦੇਣਾ ਸੀ, ਮੈਂ ਉਹਨੂੰ ਉਹ ਤੋਂ ਲੈਣਾ ਸੀ। ਇਹ ਜਿਹੜਾ ਖਿਆਲ ਹੈ ਨਾ ਮਨ ਨੂੰ ਰਸਾਉਣ ਲੱਗਿਆ, ਕਹਿੰਦੇ ਭਾਈ ਬਿਲਕੁਲ ਟਿਕਾ ਦਿਓ, ਮੈਨੂੰ ਟਿਕਾ ਦਿਓ। ਕਹਿੰਦੇ ਤੇਰਾ ਹੁਣ ਟਾਈਮ ਜਿਸ ਵੇਲੇ ਦੇਣਾ ਉਹਨੇ ਰੱਬ ਨੇ ਦੇਣਾ, ਜਿਸ ਵੇਲੇ ਤੇਰਾ ਜੀਵਨ ਮਿਲਣਾ ਤੈਨੂੰ ਮਿਲੂਗਾ। ਕਹਿੰਦੇ ਤੇਰਾ ਇੱਕ ਮੌਤ ਦਾ ਸਮੇਂ ਲਿਖਿਆ ਹੋਇਆ ਹੈ। ਕਹਿੰਦੇ ਤੂੰ ਇਸ ਦੇ ਵਿੱਚ ਐ ਮੇਰੇ ਇੰਦਰਿਓ, ਕਹਿੰਦੇ ਇਸ ਨੂੰ ਸਵੀਕਾਰ ਕਰ ਲਓ, ਇਹਨੂੰ ਤੇਲ ਪਾਉਣਾ ਕਹਿੰਦੇ ਨੇ, ਯਾਨੀ ਉਹਨੂੰ ਅੰਗੀਕਾਰ ਕਰ ਲਓ, ਉਹਨੂੰ ਸਵੀਕਾਰ ਕਰ ਲਓ। ਸੋ ਮਹਾਰਾਜ ਕਹਿੰਦੇ ਉੱਥੇ ਆਪਣੇ ਆਪ ਨੂੰ ਝੁਕਾ ਦਿਓ, ਆਪਣੇ ਆਪ ਨੂੰ ਮਿਟਾ ਦਿਓ ਮੇਰੇ ਮਨਾ। ਕਹਿੰਦੇ ਭਾਈ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਕਹਿੰਦੇ ਭਾਈ ਆਹ ਜਿਹੜੀ ਬਾਣੀ ਹੈ ਨਾ ਸੱਜਣ, ਕਹਿੰਦੇ ਐ ਮੇਰੇ ਮਿੱਤਰੋ, ਇੱਕ ਤਾਂ ਬਾਣੀ ਆਪਣੇ ਸੱਜਣ ਜਿਹੜੇ ਬਾਣੀ ਪੜ੍ਹਨ ਵਾਲੇ ਉਹ ਸੱਜਣ ਧਿਆਨ ਰੱਖਣ। ਕਹਿੰਦੇ ਮੇਰੇ ਉੱਤੇ ਕਿਰਪਾ ਕਰੋ, ਕਹਿੰਦੇ ਜਿਹੜਾ ਮੇਰੇ ਅੰਦਰ ਸਾਹਿਬ ਹੈ ਮੇਰਾ ਉਹਦੇ ਨਾਲ ਮੇਲ ਹੋ ਜਾਏ, ਉਹਦੇ ਨਾਲ ਮੇਰੀ ਸੁਰਤ ਟਿਕ ਜਾਏ, ਧਿਆਨ ਰੱਖਣ। ਕਹਿੰਦੇ ਜੀਵਨ ਵਿੱਚ ਰਾਤ ਨੂੰ ਸੌਣ ਲੱਗਿਆ ਜਿਹੜਾ ਇਸ ਸ਼ਬਦ ਰਾਹੀਂ ਆਪਣੇ ਘੱਟ ਬੈਠੇ ਮਾਲਕ ਦੇ ਨੂੰ ਐਸਾ ਗਾਉਂਦਾ ਹੈ, ਫਿਰ ਉਹਦੀ ਸੁਰਤ ਘੱਟ ਬੈਠੇ ਸਾਹਿਬ ਨਾਲ ਮਿਲ ਜਾਂਦੀ, ਮਿਲ ਜਾਂਦੀ, ਇੱਕਮਿਕ ਹੁੰਦੀ। ਕਹਿੰਦੇ ਫਿਰ ਇਹਦਾ ਮਨ ਦਾ ਡਰ ਖਤਮ ਹੋ ਜਾਂਦਾ, ਰਾਤ ਨੂੰ ਆਰਾਮ ਨਾਲ ਸੌਂਦਾ ਹੈ। ਕਹਿੰਦੇ ਜਿੰਨਾ ਕੁ ਰੱਬ ਨੇ ਫਿਰ ਜੇ ਜੀਵਨ ਦੇਣਾ ਹੁੰਦਾ ਸਵੇਰੇ ਫਿਰ ਇਹਨੂੰ ਉਠਾ ਦਿੰਦਾ। ਧਿਆਨ, ਇਹ ਰੱਬ ਦੀ ਮਰਜ਼ੀ ਹੁੰਦੀ, ਨਹੀਂ ਤਾਂ ਬੰਦੇ ਦਾ ਜ਼ੋਰ ਨਹੀਂ ਹੈ। ਜੇ ਕੋਈ ਬੰਦਾ ਖਿਆਲ ਕਰੇ ਨਾ ਕਿ ਮੈਂ ਉੱਠ ਜਾਵਾਂਗਾ ਜੀ, ਮੈਨੂੰ ਪਤਾ ਕਿਵੇਂ ਉੱਠਣਾ, ਕਹਿੰਦੇ ਬੰਦਾ ਨਹੀਂ ਉੱਠ ਸਕਦਾ ਜੇ ਰੱਬ ਨਾ ਉਠਾਏ। ਧਿਆਨ। ਸੋ ਕਹਿੰਦੇ ਘੱਟ ਬੈਠੇ ਰੱਬ ਨਾਲ ਰੋਜ਼ ਐਸੀ ਅਵਸਥਾ ਦੇ ਨਾਲ ਮਿਟਣਾ, ਜਿਹੜਾ ਮੈਂ ਕਰਕੇ ਸੌਂਦਾ ਹੈ ਉਹ ਬੰਦਾ ਰਾਤ ਨੂੰ ਤੜਪਦਾ ਹੈ, ਦੁਖੀ ਹੁੰਦਾ ਹੈ, ਸੁਪਨੇ ਲੈਂਦਾ, ਸੁਪਨਿਆਂ 'ਚ ਭੱਜਦਾ, ਰੋਂਦਾ ਟੱਪਦਾ ਰਹਿੰਦਾ। ਮਹਾਰਾਜ ਕਹਿੰਦੇ ਭਾਈ ਉਹ ਜੀਵਨ ਉਹਦਾ ਐਸਾ ਹੀ ਬਰਬਾਦ ਹੋ ਜਾਂਦਾ, ਮਰਨ ਤੋਂ ਬਾਅਦ ਵੀ ਕਹਿੰਦੇ ਫਿਰ ਉਹ ਜਨਮਦਾ ਮਰਦਾ ਐਸੇ ਹੀ ਚੱਕਰਾਂ ਵਿੱਚ ਹੀ ਪਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰੋਜ਼ ਦਾ ਅਭਿਆਸ ਕਰੋ ਭਾਈ, ਰੋਜ਼ ਦਾ ਅਭਿਆਸ। ਕਹਿੰਦੇ ਦਿਓ ਸੱਜਣ ਅਸੀਸੜੀਆਂ, ਮੈਨੂੰ ਅਸੀਸਾਂ ਦੇਣਾ ਕਰੋ ਮੇਰੇ ਮਾਲਕ। ਆ ਬਾਣੀ ਨੂੰ ਆਪਾਂ ਰੋਜ਼ ਕਹਿਣਾ ਭਾਈ ਮਹਾਰਾਜ ਇਹ ਬਾਣੀ ਮੇਰੇ ਰਸਨਾ ਤੋਂ ਵਿਛੜੇ, ਮੇਰੇ ਮਨ ਦੇ ਵਿੱਚ ਟਿਕੀ ਰਹੇ, ਅਸੀਸਾਂ ਦਿਓ ਮੈਨੂੰ, ਤਾਂ ਕਿ ਮੇਰਾ ਸਾਹਿਬ ਨਾਲ ਮੇਲ ਹੋ ਜਾਏ। ਇਹ ਮੇਰਾ ਸਭ ਤੋਂ ਪਹਿਲਾ ਸੱਜਣ ਹੈ। ਕੌਣ ਹੈ? ਬਾਣੀ। ਜਿਹੜਾ ਮੇਰਾ ਮਿੱਤਰ ਹੈ ਨਾ ਉਹ ਬਾਣੀ ਹੈ। ਬਾਣੀ ਪੜ੍ਹਿਆਂ ਹੀ ਯਾਦ ਆਉਂਦੀ ਹੈ ਮਨ ਨੂੰ। ਆਪਾਂ ਜਿਵੇਂ ਕਿਤਾਬ ਤੇ ਲਿਖ ਲੈਂਦੇ ਕੋਈ ਭੁੱਲ ਜਾਂਦੇ ਦਾ ਚੀਜ਼ ਆਪਾਂ ਕਿਤਾਬ ਤੇ ਲਿਖ ਲੈਂਦੇ ਤੇ ਉਹਨੂੰ ਪੜ੍ਹਿਆਂ ਹੀ ਯਾਦ ਆ ਜਾਂਦੀ ਹੈ ਕੋਈ ਚੀਜ਼, ਹੈ ਨਾ। ਇਵੇਂ ਜ਼ਿਕਰ ਬਾਣੀ ਪੜ੍ਹਿਆਂ ਹੀ ਯਾਦ ਆਉਂਦੀ। ਜੇ ਤੁਹਾਨੂੰ ਯਾਦ ਨਹੀਂ ਹੈ ਬਾਣੀ, ਗੁਟਕਾ ਦੇਖ ਕੇ ਪੜ੍ਹ ਲਓ, ਧਿਆਨ ਰੱਖਣਾ। ਉਹਨੂੰ ਸੱਜਣ ਸਮਝ ਕੇ ਉਹ ਤੁਹਾਡਾ ਮਿੱਤਰ ਹੋਵੇ, ਧਿਆਨ ਰੱਖਣਾ। ਬਾਣੀ ਰੋਜ਼ ਪੜ੍ਹਨੀ। ਕਹਿੰਦੇ ਜਿਹੜਾ ਬੰਦਾ ਗੁਟਕਾ ਦੇਖ ਕੇ ਆਪਣੀ ਬਾਣੀ ਨੂੰ ਆਪਣਾ ਸੱਜਣ ਜਾਣ ਕੇ, ਗੁਰੂ ਨੂੰ ਸੱਜਣ ਜਾਣ ਕੇ, ਬਾਣੀ ਗੁਰੂ ਹੈ, ਧਿਆਨ ਰੱਖਣਾ। ਕਹਿੰਦੇ ਭਾਈ ਗੁਰੂ ਨੂੰ ਸੱਜਣ ਜਾਣ ਕੇ, ਬਾਣੀ ਨੂੰ ਸੱਜਣ ਜਾਣ ਕੇ ਜਿਹੜਾ ਰੋਜ਼ ਪੜ੍ਹਦਾ ਹੈ ਨਾ, ਫਿਰ ਮਨ ਨੂੰ ਆਪਣੇ ਘਰ ਵਿੱਚ ਲੈ ਕੇ ਪ੍ਰਵੇਸ਼ ਕਰਕੇ ਉੱਥੇ ਆਰਾਮ ਕਰਦਾ, ਬੇਫਿਕਰਾ ਹੋ ਕੇ ਸੌਂਦਾ ਹੈ। ਹੁਣ ਕੋਈ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਨਹੀਂ ਆਉਂਦੀ, ਧਿਆਨ। ਸੋ ਮਹਾਰਾਜ ਕਹਿੰਦੇ ਦਿਓ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਹਰ ਘਰ ਦੇ ਵਿੱਚ ਧਿਆਨ ਰੱਖਣਾ ਰੱਬ ਦਾ ਸੱਦਾ ਆਉਂਦਾ, ਪਹੁੰਚਾ ਆਉਂਦਾ, ਹੁਕਮ ਆਉਂਦਾ। ਐਸਾ ਕੋਈ ਸੰਸਾਰ ਦੇ ਵਿੱਚ ਜੀਵਨ ਨਹੀਂ ਹੈ ਜਿਹਨੂੰ ਕਹਿੰਦੇ ਭਾਈ ਸੱਦਾ ਨਾ ਆਇਆ ਹੋਵੇ। ਜਿੰਨੇ ਬਜ਼ੁਰਗ ਨੇ ਸੰਸਾਰ ਦੇ ਵਿੱਚ, ਜਿਤਨੇ ਵੀ ਬੱਚੇ ਨੇ, ਜਿਤਨੇ ਵੀ ਜੀਨ ਪ੍ਰਾਣੀ ਨੇ ਜਨਮ ਲਿਆ, ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹਰੇਕ ਬੰਦੇ ਦੀ ਵਾਰੀ ਆਉਂਦੀ ਹੈ, ਧਿਆਨ ਰੱਖਿਓ। ਸੋ ਖਿਆਲ ਕਰਿਓ ਇਹ ਹੁਕਮ ਹਰੇਕ ਪਾਸੇ ਜੁੜਦਾ ਹੈ। ਜੇ ਅੱਜ ਤੁਹਾਨੂੰ ਕੋਈ ਦੁੱਖ ਹੈ ਤੇ ਸੁੱਖ ਆਊਗਾ, ਸੁੱਖੇ ਕਹੋ ਦੁੱਖ ਅਗਲਾ। ਜੇ ਸੁੱਖ ਆਏਗਾ ਤੇ ਉਹਦੇ ਅੱਗੇ ਫਿਰ ਦੁੱਖ ਵੀ ਖੜਾ ਹੈ, ਧਿਆਨ ਰੱਖਣਾ। ਕਹਿੰਦੇ ਭਾਈ ਜੀਵਨ ਵਿੱਚ ਹਰ ਕਿਸਮ ਦਾ ਤੁਹਾਡੇ ਅੰਦਰ ਤਕਲੀਫ ਆਏਗੀ ਤੇ ਫਿਰ ਅੱਗੇ ਸੁੱਖ ਵੀ ਆਉਣਾ। ਸੋ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ ਤੁਹਾਡੇ ਅੰਦਰ ਜੇ ਬਾਣੀ ਪੜ੍ਹਨ ਦੇ ਨਾਲ ਇਤਨੀ ਤਾਕਤ ਆਏਗੀ ਕਿ ਤਕਲੀਫ ਆਏਗੀ, ਤੁਹਾਨੂੰ ਤਕਲੀਫ ਮਹਿਸੂਸ ਨਹੀਂ ਹੋਏਗੀ। ਇਹ ਜੀਵਨ ਦੀ ਕਿਰਿਆ ਨੂੰ ਜਾਣਨਾ, ਤਕਲੀਫ ਤੋਂ ਭੱਜਣਾ ਨਹੀਂ ਹੈ, ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਭਾਈ ਇਹ ਦੁੱਖ, ਸੱਚੇ ਪਾਤਸ਼ਾਹ ਬਹੁਤ ਸੁੰਦਰ ਬਿਆਨ ਕਰਦੇ ਨੇ ਦੁੱਖ ਨੂੰ। ਕਹਿੰਦੇ ਭਾਈ ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ। ਕਹਿੰਦੇ ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੈ। ਜਦੋਂ ਤੁਸੀਂ ਕੋਈ ਤਕਲੀਫ ਉਠਾਉਣੇ ਤਾਂ ਉਹਦਾ ਸੁੱਖ ਮਿਲੇਗਾ, ਯਾਦ ਰੱਖਿਓ। ਪਰ ਬੰਦਾ ਜਿਸ ਵੇਲੇ ਸੁੱਖ ਮਿਲਦਾ ਹੈ ਫਿਰ ਰੱਬ ਨੂੰ ਭੁਲਾ ਦਿੰਦਾ, ਫਿਰ ਦੁੱਖ ਮੂਹਰੇ ਆ ਕੇ ਖੜ ਜਾਂਦਾ, ਫਿਰ ਦੁੱਖ ਆਏਗਾ, ਤਕਲੀਫ ਆਏਗੀ, ਧਿਆਨ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਹ ਜਿਹੜਾ ਰੱਬ ਦਾ ਹੁਕਮ ਹੈ ਨਾ, ਕਹਿੰਦੇ ਆਹ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਇਹ ਹਮੇਸ਼ਾ ਯਾਦ ਰੱਖਣਾ, ਤਾਂ ਆਪਾਂ ਰੱਬ ਦੇ ਵਿੱਚ ਸਮਾਉਂਦੇ ਜਾਵਾਂਗੇ। ਨਹੀਂ ਤਾਂ ਕਹਿੰਦੇ ਭਾਈ ਜੀਵਨ ਜਿਹੜਾ ਅੰਤ ਵੇਲੇ ਦੀ ਆਪਣੀ ਅਵਸਥਾ ਹੈ ਨਾ,
ਉਹ ਤਿਆਰੀ ਨਾ ਨਾ ਬਣੀ, ਮਨ ਦੀ ਮਰਨ ਦੀ ਅਵਸਥਾ ਦੀ ਤਿਆਰੀ ਨਾ, ਜਿਸ ਵੇਲੇ ਸਰੀਰ ਛੱਡਣਾ ਉਹਦੀ ਅਵਸਥਾ ਦੀ ਤਿਆਰੀ ਨਾ ਹੋਈ, ਤੇ ਕਹਿੰਦੇ ਭਾਈ ਉਹਦਾ ਅਰਥ ਹੈ ਆਪਾਂ ਭਟਕੇ, ਜੀਵਨ ਫੇਲ ਹੋ ਗਿਆ, ਆਪਣਾ ਜੀਵਨ ਨਿਕੰਮਾ ਹੀ ਰਿਹਾ। ਸੋ ਇਸ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਰੋਜ਼ ਰਾਤ ਨੂੰ ਮੌਤ ਦਾ ਆਪਣਾ ਪੈਗਾਮ ਸਮਝਦਿਆਂ ਹੋਇਆਂ ਕਹਿੰਦੇ ਭਾਈ ਰੱਬ ਨੂੰ ਯਾਦ ਕਰਨਾ, ਜਿਹੜੇ ਰੱਬ ਜੀ ਤੁਹਾਡੇ ਵਿੱਚ ਵਸਦੇ ਨੇ, ਆਪਣੇ ਵਿੱਚ ਵਸਦੇ ਨੇ, ਉਹਦੇ ਨਾਲ ਰਹਿਣ ਦਾ ਬਹੁਤ ਸੁੰਦਰ ਇਹ ਰਸਤਾ ਹੈ, ਇਹ ਬਹੁਤ ਸੁੰਦਰ ਪ੍ਰੋਗਰਾਮਿੰਗ ਹੈ। ਕਹਿੰਦੇ ਭਾਈ ਜਿਤਨੇ ਕੰਪਿਊਟਰ ਹਾਰਡਵੇਅਰ ਚੱਲਦੇ ਨੇ ਨਾ, ਇਹ ਪ੍ਰੋਗਰਾਮਿੰਗ ਨਾਲ ਚੱਲਦੇ ਨੇ, ਵਰਡ ਪ੍ਰੋਗਰਾਮਿੰਗ, ਇਹਨੂੰ ਵਰਡ ਪ੍ਰੋਸੈਸਿੰਗ ਕਹਿੰਦੇ ਨੇ। ਧਿਆਨ ਇਵੇਂ ਜ਼ਿਕਰ ਜਿਹੜਾ ਆਪਣਾ ਹਾਰਡਵੇਅਰ ਹੈ ਨਾ, ਆ ਬ੍ਰੇਨ ਆਪਣਾ ਸਰੀਰ, ਇਹ ਵੀ ਵਰਡ ਪ੍ਰੋਸੈਸਿੰਗ ਨਾਲ ਚੱਲਦਾ ਹੈ। ਇਸ ਅੰਦਰ ਜੈਸਾ ਸ਼ਬਦ ਪਾਓਗੇ, ਜਿਵੇਂ ਪ੍ਰੋਗਰਾਮਿੰਗ ਤੁਸੀਂ ਪਾਓਗੇ, ਇਹਨੂੰ ਉਸ ਤਰ੍ਹਾਂ ਹੀ ਚੱਲ ਪੈਣਾ। ਜੇ ਮਾੜੀ ਗੱਲ ਪਾਓਗੇ ਮਾੜਾ ਚੱਲ ਪਊਗਾ, ਜੇ ਅੱਛੀ ਗੱਲ ਪਾਓਗੇ ਅੱਛਾ ਚੱਲ ਪਊਗਾ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ। ਧਿਆਨ ਰੱਖਣਾ, ਜਿਤਨੀ ਮਾੜੀਆਂ ਗੱਲਾਂ ਦਿਮਾਗ 'ਚ ਪਾਵਾਂਗੇ ਉਹਨਾਂ ਹੀ ਬੰਦਾ ਔਖਾ ਹੋ ਕੇ ਰੋ ਕੇ ਮਰਦਾ ਹੈ। ਧਿਆਨ, ਜਿੰਨੇ ਅੱਛੀ ਗੱਲ ਦਿਮਾਗ 'ਚ ਪਾਈ ਜਾਵਾਂਗੇ ਉਹਨਾਂ ਫਿਰ ਆਪਣਾ ਜਿਹੜਾ ਹਾਰਡਵੇਅਰ ਹੈ ਸਰੀਰ ਉਸ ਤਰ੍ਹਾਂ ਹੀ ਚੱਲੂਗਾ, ਆਪਣੀ ਬੁੱਧ ਉਸ ਤਰ੍ਹਾਂ ਹੀ ਚੱਲੂਗੀ। ਸੋ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਪ੍ਰੋਗਰਾਮਿੰਗ ਦਿੱਤੀ ਹੋਈ ਹੈ, ਬਹੁਤ ਸੁੰਦਰ ਮਹਾਰਾਜ ਪ੍ਰੋਗਰਾਮਰ ਸਨ, ਬਹੁਤ ਅੱਛੇ ਪ੍ਰੋਗਰਾਮਰ ਸ਼ਬਦ ਦੇ। ਧਿਆਨ ਰੱਖਣਾ, ਵਰਡ ਪ੍ਰੋਸੈਸਿੰਗ, ਇਹਨੂੰ ਵਰਡ ਪ੍ਰੋਸੈਸਿੰਗ ਕਹਿੰਦੇ ਨੇ। ਸਾਇੰਸ ਨੇ ਤਾਂ ਆ ਹੁਣ ਵਰਡ ਪ੍ਰੋਸੈਸਿੰਗ ਦੇ ਕੰਪਿਊਟਰ ਕੱਢੇ ਨੇ, ਮਹਾਰਾਜ ਨੇ ਸਰੀਰ ਰੂਪੀ ਹਾਰਡਵੇਅਰ ਦੇ ਕੰਪਿਊਟਰ ਦੇ ਨਾ ਜੀ ਬਹੁਤ ਸੁੰਦਰ ਵਰਡ ਪ੍ਰੋਸੈਸਿੰਗ ਕੀਤੀ ਹੋਈ ਹੈ। ਧਿਆਨ, ਬਹੁਤ ਸੁੰਦਰ। ਸੋ ਆ ਜਿਹੜੇ ਦੁਨੀਆ ਦੇ ਕੰਪਿਊਟਰ ਬਣੇ ਤਾਂ ਦਿਮਾਗ ਜਿੰਨਾ ਹਾਲੇ ਉਤਨੇ ਲੈਵਲ ਤੱਕ ਤਾਂ ਬਣੇ ਨਹੀਂ ਹਨ, ਧਿਆਨ, ਬਣ ਹੀ ਨਹੀਂ ਸਕਦੇ। ਸੋ ਦਿਮਾਗ ਦਾ ਜਿਹੜਾ ਕਿਰਿਆ ਹੈ ਨਾ, ਜਿਹੜੇ ਦਿਮਾਗ ਦੀ ਪ੍ਰੋਸੈਸਿੰਗ ਹੈ, ਕਹਿੰਦੇ ਭਾਈ ਇਹਦਾ ਤਾਂ ਹਾਲੇ ਕੋਈ ਅੰਤ ਹੀ ਨਹੀਂ ਪਾ ਸਕਦਾ। ਸੋ ਮਹਾਰਾਜ ਕਹਿੰਦੇ ਭਾਈ ਘਰ ਘਰ ਇਹੋ ਪਹੁੰਚਾ, ਸਦਣੇ ਨਿਤ ਪਵਨ, ਸੱਦਨਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਕਹਿੰਦੇ ਜਿਹਨੇ ਤੁਹਾਨੂੰ ਸੱਦਣਾ ਹੈ ਨਾ, ਆਪਾਂ ਨੂੰ ਸੱਦਣਾ ਹੈ, ਕਹਿੰਦੇ ਉਹਨੂੰ ਸਿਮਰਨਾ ਕਰੋ, ਉਸ ਵਿੱਚ ਸ਼੍ਰੇਸ਼ਟ ਮਰਨਾ ਕਰੋ, ਉਸ ਵਿੱਚ ਆਪਣੇ ਸ਼੍ਰੇਸ਼ਟ ਮਨ ਦੇ ਖਿਆਲਾਂ ਨੂੰ ਮਾਰਨਾ ਕਰੋ, ਮਿਟਾਉਣਾ ਕਰੋ। ਕਹਿੰਦੇ ਭਾਈ ਨਾਨਕ ਸੇ ਦੇਹ ਆਵਨ, ਕਹਿੰਦੇ ਐਸੀ ਮੈਨੂੰ ਮੱਤ ਦੇ ਮੇਰੀ ਮਾਲਕ, ਜਿਸ ਵੇਲੇ ਤੂੰ ਸੱਦਾ ਦੇਵੇ ਨਾ ਕਿ ਚੱਲ ਬੇਟਾ ਚੱਲੀਏ, ਤੇ ਆਪਣਾ ਮਨ ਕਹੇ ਸਤ ਬਚਨ ਮਹਾਰਾਜ, ਜਿਵੇਂ ਆਪ ਜੀ ਦਾ ਹੁਕਮ ਹੈ ਨਾ। ਆਪਣਾ ਮਨ ਉਸ ਵੇਲੇ ਇਹ ਨਾ ਕਹੇ ਨਹੀਂ ਮਹਾਰਾਜ ਹਾਲੇ ਨਹੀਂ ਜਾਣਾ, ਮੈਂ ਹਾਲੇ ਨਹੀਂ ਜਾਣਾ, ਹੈ ਨਾ। ਮਹਾਰਾਜ ਕਹਿੰਦੇ ਭਾਈ ਜਿਸ ਵੇਲੇ ਰੱਬ ਦਾ ਸੱਦਾ ਆ ਜੇ, ਕਹਿੰਦੇ ਭਾਈ ਉਹ ਜੀਵਨ ਉਸ ਵੇਲੇ ਸਵੀਕਾਰ ਹੋਵੇ, ਮਹਾਰਾਜ ਨੂੰ ਅੰਗੀਕਾਰ ਹੋਵੇ, ਉਹ ਤਾਂ ਐਸੀ ਅਵਸਥਾ ਆਪਣੀ ਬਣ ਆਉਂਦੀ ਹੈ। ਜੇ ਆਪਾਂ ਰੋਜ਼ ਰਾਤ ਨੂੰ ਸੌਣ ਲੱਗਿਆਂ ਮਰਨਾ ਅਵਸਥਾ ਸਮਝਦਿਆਂ ਹੋਇਆਂ, ਮਰਨ ਦੀ ਅਵਸਥਾ ਸਮਝਦਿਆਂ ਹੋਇਆਂ ਆਪਾਂ ਰੋਜ਼ ਮਨ ਨੂੰ ਸਾਧਾਂਗੇ, ਇਸ ਨੂੰ ਪ੍ਰੈਕਟਿਸ ਦੇਵਾਂਗੇ, ਤਾਂ ਇਹ ਜਾ ਕੇ ਉਹ ਅਖੀਰਲੀ ਛਾਲ ਸਹੀ ਤਰੀਕੇ ਨਾਲ ਮਾਰੇਗਾ। ਧਿਆਨ ਰੱਖ, ਜਿਹੜਾ ਬੰਦਾ ਰੋਜ਼ ਅਭਿਆਸ ਕਰੂਗਾ ਨਾ ਜੀ, ਉਹੀ ਅੱਛੇ ਤਰੀਕੇ ਨਾਲ ਖੇਡ ਪਾਉਂਦਾ ਹੈ, ਉਹੀ ਅੱਛੇ ਤਰੀਕੇ ਨਾਲ ਇਮਤਿਹਾਨ ਲਿਖ ਪਾਉਂਦਾ। ਸੋ ਇੱਕ ਬਹੁਤ ਬੜਾ ਇਮਤਿਹਾਨ ਹੈ ਮਰਨ ਦਾ। ਸੋ ਮਹਾਰਾਜ ਕਹਿੰਦੇ ਭਾਈ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਸਭ ਨੇ ਆਪਣੀ ਆਪਣੀ ਜਗ੍ਹਾ ਮਰ ਜਾਣਾ ਹੈ, ਕਿਸੇ ਨੇ ਨਹੀਂ ਰਹਿਣਾ ਇੱਥੇ, ਪਰ ਸਭ ਨੇ ਆਪਣੇ ਆਪਣੇ ਮਰਨ ਦੀ ਤਿਆਰੀ ਕਰਨੀ ਹੈ ਭਾਈ, ਰੋਜ਼ ਤਿਆਰੀ ਕਰ। ਕਹਿੰਦੇ ਉਸ ਰੋਜ਼ ਦੀ ਤਿਆਰੀ ਵਾਸਤੇ ਮਹਾਰਾਜ ਨੇ ਇੱਕ ਬਹੁਤ ਸੁੰਦਰ ਰਾਤਰੀ ਬਣਾਈ ਹੈ, ਇੱਕ ਬਹੁਤ ਸੁੰਦਰ ਸੌਣ ਦੀ ਅਵਸਥਾ ਰੱਬ ਨੇ ਸੁਦੇ ਸਿੱਧ। ਜਿਵੇਂ ਬੰਦਾ ਕੰਮ ਕਰਦੇ ਕਰਦੇ ਥੱਕਦੇ ਆਪਣੇ ਆਪ ਹੀ ਜਾ ਕੇ ਸੌਂ ਜਾਂਦਾ ਨਾ, ਆਪਣੇ ਆਪ ਨੀਂਦ ਆ ਜਾਂਦੀ ਹੈ। ਧਿਆਨ ਰੱਖਣਾ, ਕਹਿੰਦੇ ਭਾਈ ਜਿਹੜਾ ਬੰਦਾ ਆਪਣੀ ਨੀਂਦ ਨੂੰ ਇੱਧਰ ਉੱਧਰ ਹਟਾਉਣ ਦੀ ਕੋਸ਼ਿਸ਼ ਕਰਦਾ, ਫਿਰ ਪਾਗਲ ਹੋ ਕੇ ਘੁੰਮਦਾ। ਧਿਆਨ ਰੱਖਣਾ, ਫਿਰ ਗੋਲੀਆਂ ਖਾ ਕੇ ਸੌਂਗਾ। ਸੋ ਮਹਾਰਾਜ ਕਹਿੰਦੇ ਭਾਈ ਧਿਆਨ ਰੱਖਣਾ, ਇਹ ਰਾਤ ਦਾ ਸੌਣਾ ਇਹ ਸਾਡੇ ਮਰਨ ਦੀ ਇੱਕ ਦਿਨ ਦੀ ਨਿਸ਼ਾਨੀ ਹੈ। ਅਭਿਆਸ ਕਰਨ ਵਾਸਤੇ ਇੱਕ ਮਹਾਰਾਜ ਦੀ ਕਿਰਿਆ ਹੈ। ਇਸ ਕਿਰਿਆ ਨੂੰ ਰੋਜ਼ ਸਹੀ ਤਰੀਕੇ ਨਾਲ ਅਪਣਾਉਣਾ, ਤਾਂ ਕਿ ਜਿਸ ਵੇਲੇ ਆਪਾਂ ਮਰਾਂਗੇ ਬੜੇ ਸ਼ਾਂਤੀ ਨਾਲ ਮਰੀਏ, ਬੜੇ ਅੱਛੇ ਤਰੀਕੇ ਨਾਲ ਮਰੀਏ। ਉਸ ਵੇਲੇ ਮਰਨ ਲੱਗਿਆ ਆਪਾਂ ਨੂੰ ਫਿਰ ਮਹਾਰਾਜ ਨੇ ਪਹਿਲਾਂ ਜਿਹੜਾ ਬੰਦਾ ਪਹਿਲਾਂ ਤੋਂ ਆਪਣੇ ਮਨ ਨੂੰ ਬਣਾ ਕੇ ਰੱਖਦਾ ਹੈ, ਉਹਦਾ ਫਿਰ ਮਨ ਦਾ ਸ਼ੋਰ ਖਤਮ ਹੋ ਜਾਂਦਾ। ਕਹਿੰਦੇ ਡਰਨਾ ਮਨ ਕਾ ਸ਼ੋਰ, ਇੱਕ ਮਨ ਦਾ ਇੱਕ ਸ਼ੋਰ ਹੁੰਦਾ, ਜਿਸ ਸ਼ੋਰ ਦੇ ਵਿੱਚ ਘੱਟ ਬੈਠੇ ਰੱਬ ਦਾ ਹੁਕਮ ਨਹੀਂ ਬੁੱਝ ਹੁੰਦਾ। ਆਪਣੇ ਅੰਦਰ ਰੱਬ ਬੋਲਦਾ ਕਰਕੇ ਆਪਾਂ ਨੂੰ ਸਮਝ ਹੀ ਨਹੀਂ ਆਉਂਦੀ। ਧਿਆਨ ਰੱਖਣਾ, ਨਹੀਂ ਆਉਂਦੀ। ਕਹਿੰਦੇ ਜਿਹਦਾ ਮਨ ਦੀ ਅਵਸਥਾ ਰਾਤ ਨੂੰ ਟਿਕੀ ਹੁੰਦੀ ਹੈ ਨਾ ਜੀ, ਰੱਬ ਫਿਰ ਉਸ ਨੂੰ ਮਰਨ ਤੋਂ ਪਹਿਲਾਂ ਸਾਰੇ ਸੁਨੇਹੇ ਦਿੰਦਾ ਹੈ ਕਿ ਭਾਈ ਹੁਣ ਤੇਰੀ ਆ ਸਮੇਂ ਇੰਨੇ ਟਾਈਮ ਤੇ ਤੇਰੀ ਮੌਤ ਆਉਣੀ ਹੈ, ਆਪਣੀ ਤੂੰ ਤਿਆਰੀ ਰੱਖ। ਧਿਆਨ ਰੱਖਣਾ ਭਾਈ ਬਿਧੀ ਚੰਦ ਨੇ ਪਹਿਲਾਂ ਹੀ ਆਪਣੀ ਤਿਆਰੀ ਕਰ ਲਈ ਸੀ। ਧਿਆਨ ਰੱਖ, ਪਹਿਲਾਂ ਹੀ ਸੱਚੇ ਪਾਤਸ਼ਾਹ ਜੀ ਤੋਂ ਆਪਣੇ ਮਹਾਰਾਜ ਹੁਕਮ ਲੈ ਕੇ 6ਵੇਂ ਪਾਤਸ਼ਾਹ ਤੋਂ ਕਹਿੰਦੇ ਭਾਈ ਚਲੇ ਗਏ। ਧਿਆਨ, ਕਹਿੰਦੇ ਮਹਾਰਾਜ ਮੇਰਾ ਹੁਣ ਸਮੇਂ ਆ ਗਿਆ, ਹੁਣ ਮੈਂ ਜਾਣਾ।
ਸੋ ਕਹਿਣ ਦਾ ਭਾਵ ਕਿ ਜਿਤਨੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਆਪਾਂ ਰਾਮਕਲੀ ਸੱਦ ਪੜ੍ਹੀਏ, ਧਿਆਨ ਰੱਖਣਾ ਉਹਦੇ ਵਿੱਚ ਮਹਾਰਾਜ ਨੂੰ ਪਹਿਲਾਂ ਹੀ ਸੁਨੇਹਾ ਆ ਗਿਆ। ਸੁਨੇਹਾ ਮਹਾਰਾਜ ਪਹਿਲਾਂ ਹੀ ਆਪਣੇ ਪੁੱਤ ਧੀ ਸਾਰਿਆਂ ਨੂੰ ਬੁਲਾ ਲਏ, ਕਿਸੇ ਨੂੰ ਨਹੀਂ ਕਿਹਾ ਭਾਈ ਮੈਨੂੰ ਬਚਾ ਲਿਓ, ਡਾਕਟਰ ਨੂੰ ਸੱਦ ਲਓ, ਨਹੀਂ ਕਿਹਾ। ਧਿਆਨ ਨਹੀਂ ਤਾਂ ਅਕਸਰ ਅਸੀਂ ਦੇਖਿਆ ਜਿਸ ਵੇਲੇ ਬੰਦੇ ਅੱਛੇ ਤਰੀਕੇ ਨਾਲ, ਜਿਸ ਵੇਲੇ ਬੰਦੇ ਮਰਦੇ ਹੁੰਦੇ ਨੇ ਨਾ ਜੀ, ਕਹਿੰਦੇ ਜੀ ਮੈਨੂੰ ਬਚਾ ਲਓ, ਮੈਂ ਬਹੁਤ ਪੈਸਾ ਇਕੱਠਾ ਕੀਤਾ ਹੋਇਆ ਹੈ ਨਾ, ਵਧੀਆ ਤੋਂ ਵਧੀਆ ਡਾਕਟਰ ਨੂੰ ਬੁਲਾਓ, ਮੈਂ ਜਿਉਣਾ ਚਾਹੁੰਦਾ, ਮੈਂ ਮਰਨਾ ਨਹੀਂ ਚਾਹੁੰਦਾ ਹੈ ਨਾ, ਐਸੀ ਗੱਲਾਂ ਲੋਕ ਕਰਦੇ। ਇਹ ਸਭ ਅਗਿਆਨਤਾ ਇਹਦੀ ਵਸ ਵਿੱਚ ਮਨ ਉਹ ਰੋ ਰਿਹਾ ਹੈ, ਉਹ ਬੰਦਾ ਜੀਵਨ ਤਕਲੀਫਾਂ ਵਿੱਚ ਮਰਦਾ ਹੈ। ਸੋ ਇਸ ਮਰਨ ਤੋਂ ਬਚਣਾ, ਜਿਹੜਾ ਭੈੜੇ ਮਰਨ ਤੋਂ ਬਚਣਾ, ਚੰਗਾ ਮਰਨਾ ਕਬੂਲੋ। ਸੋ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ ਹੋ, ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਸੋ ਸੱਚੇ ਪਾਤਸ਼ਾਹ ਜੀ ਨੇ ਐਸਾ ਜ਼ਿਕਰ ਕੀਤਾ, ਕਹਿੰਦੇ ਜਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮरूं ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨੀ ਰਾਮ ਨਾ ਜਾਣੇ। ਸੋ ਸੱਚੇ ਪਾਤਸ਼ਾਹ ਜੀ ਦਾ ਆਹ ਸ਼ਬਦ ਆਪਾਂ ਫੇਰ ਇੱਕ ਵਾਰ ਵਿਚਾਰ ਕਰ ਲਓ ਅਖੀਰਲਾ, ਕਹਿੰਦੇ ਸੱਦਨਹਾਰਾ ਸਿਮਰਿਏ ਨਾਨਕ ਸੇ ਦੇਹ ਆਵਨ, ਐਸੀ ਸੋਝੀ ਐਸੀ ਮਤ ਮੈਨੂੰ ਦਿਓ, ਦੇਣੀ ਕਰੋ ਮੇਰੇ ਮਾਲਕ। ਜਿਸ ਵੇਲੇ ਤੁਸੀਂ ਮੈਨੂੰ ਸੱਦੋ ਤੇ ਮੇਰਾ ਮਨ ਹਾਜ਼ਰ ਹੋਵੇ, ਹੈ ਨਾ। ਨਹੀਂ ਤਾਂ ਹੁਣ ਕਿਤੇ ਰੱਬ ਆਪਾਂ ਨੂੰ ਪੁੱਛ ਲੈ ਕਿ ਬੇਟਾ ਚੱਲੀਏ, ਨਹੀਂ ਮਹਾਰਾਜ ਹਾਲੇ ਨਹੀਂ ਜਾਣਾ, ਹਾਲੇ ਤਾਂ ਮੈਂ ਫਲਾਨੀ ਜਗ੍ਹਾ ਜਾਣਾ, ਹਾਲੇ ਮੈਂ ਫਲਾਨਾ ਜਗ੍ਹਾ ਘੁੰਮਣਾ, ਹਾਲੇ ਬੱਚੇ ਛੋਟੇ ਨੇ ਹੈ ਨਾ, ਹਾਲੇ ਮੇਰਾ ਵਿਆਹ ਨਹੀਂ ਹੋਇਆ ਮਹਾਰਾਜ, ਹਾਲੇ ਤਾਂ ਮੈਂ ਫਲਾਨੀ ਜਗ੍ਹਾ ਤੋਂ ਕੰਮ ਕਰਾਉਣਾ ਸੀ, ਮੈਨੂੰ ਹਾਲੇ ਨਾ ਲੈ ਕੇ ਜਾਓ, ਹੈ ਨਾ। ਬੁੱਢਿਆਂ ਨੂੰ ਕਹਿ ਕੇ ਦੇਖ ਲਓ, ਜੇ ਕਿਤੇ ਰੱਬ ਪੁੱਛ ਲੈ ਨਾ ਬੁੱਢਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਕਿ ਚੱਲੀਏ ਭਾਈ ਹੁਣ ਬਹੁਤ ਕੰਮ ਹੋ ਗਿਆ, ਨਹੀਂ ਮਹਾਰਾਜ ਹਾਲੇ ਬੱਚੇ ਰਹਿੰਦੇ ਨੇ, ਪੋਤੇ, ਉਹਨਾਂ ਦਾ ਵਿਆਹ ਕਰਨਾ ਹੈਗਾ, ਫਲਾਣੇ ਨੂੰ ਕੋਲ ਦੇਖਣਾ ਹੈਗਾ, ਉਹਨਾਂ ਕੋਲ ਰਹਿਣਾ, ਹਾਲੇ ਮੈਨੂੰ ਨਾ ਲੈ ਕੇ ਜਾਓ, ਹੈ ਨਾ। ਹਾਲੇ ਐਸੀ ਅਵਸਥਾ ਵਿੱਚ ਰੋਂਦੇ ਫਿਰਦੇ। ਸੱਚੇ ਪਾਤਸ਼ਾਹ ਕਹਿੰਦੇ ਇੱਥੇ ਤਾਂ ਉਹ ਸਾਹਿਬਜ਼ਾਦਿਆਂ ਨੂੰ ਯਾਦ ਕਰੋ ਕਿ ਸਾਹਿਬਜ਼ਾਦੇ ਦੇ ਮੂਹਰੇ ਧਿਆਨ ਰੱਖਣਾ, ਚਮਕੌਰ ਦਾ ਜੰਗ ਹੈਗਾ, ਧਿਆਨ ਰੱਖਣਾ, ਤੇ ਸਾਰੇ ਸਿੰਘ ਤਿਆਰ ਹੋ ਰਹੇ ਨੇ, ਸਾਹਿਬਜ਼ਾਦੇ ਵੀ ਤਿਆਰ ਹੋ ਗਏ। ਮਹਾਰਾਜ ਕਹਿੰਦੇ ਭਾਈ ਹੁਣ ਤੁਸੀਂ ਤਿਆਰ ਹੋ, ਕਮਰ ਕਸੇ ਕੱਸ ਲਓ, ਧਿਆਨ ਰੱਖਣਾ। ਕਹਿੰਦੇ ਭਾਈ ਜਿਸ ਵੇਲੇ ਐਸੀ ਗੱਲ ਸੁਣੀ ਤੇ ਸਾਰੇ ਸਿੰਘ ਕਹਿਣ ਲੱਗੇ ਮਹਾਰਾਜ ਇਹ ਛੋਟੇ ਬੱਚੇ ਨੇ, ਇਹਨਾਂ ਨੂੰ ਕਾਹਨੂੰ ਭੇਜਣਾ। ਪਰ ਬੱਚਿਆਂ ਨੇ ਆਪਣਾ ਮਰਨਾ ਕਬੂਲਿਆ ਸੀ, ਸੱਦਾ ਉਹਨਾਂ ਦੇ ਉਸੇ ਵੇਲੇ ਹੁਕਮ ਨੂੰ, ਕਹਿੰਦੇ ਮਹਾਰਾਜ ਤੁਸੀਂ ਹੁਕਮ ਦੇਤਾ ਸੀ, ਤੁਰੇ ਪਏ। ਧਿਆਨ ਅੱਖਾਂ ਦੇ ਮੂਹਰੇ ਮਹਾਰਾਜ ਦੇ ਸ਼ਹੀਦ ਹੋਏ। ਧਿਆਨ ਫਿਰ ਉਦੋਂ ਛੋਟੇ ਸਾਹਿਬਜ਼ਾਦਿਆਂ ਦਾ ਦੇਖੋ, ਕਹਿੰਦੇ ਭਾਈ ਜਿਸ ਵੇਲੇ ਉਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ, ਸੂਬਾ ਸਰਹੰਦ ਨੇ ਹੈ ਨਾ, ਵਜੀਦੇ ਨੇ ਤੇ ਸੁੱਚਾ ਆਨੰਦ ਵਰਗਿਆਂ ਨੇ, ਪਰ ਬੱਚੇ ਘਬਰਾਏ ਨਹੀਂ ਕਿ ਬੇਟਾ ਅਸੀਂ ਤੁਹਾਨੂੰ ਮਾਰ ਦੇਣਾ, ਕਹਿੰਦੇ ਜੇ ਤੁਸੀਂ ਸਿੱਖੀ ਨਹੀਂ ਛੱਡੀ, ਧਿਆਨ ਰੱਖ ਤੁਸੀਂ ਮੁਸਲਮਾਨ ਹੋ ਜਾਓ। ਕਹਿੰਦੇ ਬੱਚੇ ਕਹਿੰਦੇ ਭਾਈ ਅਸੀਂ ਤਾਂ ਮਰਨਾ ਕਬੂਲਿਆ ਹੋਇਆ। ਕਹਿੰਦੇ ਉਹਨਾਂ ਨੂੰ ਮੌਤ ਦੀ ਸਜ਼ਾ ਦੇਤੀ, ਜਿਉਂਦਿਆਂ ਨੂੰ ਕੰਧ ਚਿੰਨ ਦਿੱਤਾ, ਤਾਂ ਨਹੀਂ ਘਬਰਾਏ ਛੋਟੇ ਬੱਚੇ। ਧਿਆਨ ਰੱਖ ਕਿਤਨੀ ਅਵਸਥਾ ਉੱਚੀ ਸੀ ਉਹਨਾਂ ਦੀ। ਕਹਿੰਦੇ ਕੈਸੇ ਉਹਨਾਂ ਨੇ ਆਪਣੇ ਮਨ ਨੂੰ ਟਿਕਾਇਆ ਹੋਇਆ ਸੀ। ਕਹਿੰਦੇ ਪਾਇਓ ਰੇ ਬਾਲ ਬਧਰ ਪਾਇਓ, ਕਹਿੰਦੇ ਛੋਟੀ ਜਿਹੀ ਅਵਸਥਾ ਵਿੱਚ ਛੇਤੀ ਬੱਚੇ ਦਾ ਮਨ ਟਿਕਦਾ। ਧਿਆਨ ਰੱਖਣਾ ਵੱਡੇ ਨੂੰ ਫਿਰ ਟਿਕਾਉਂਦੇ ਟਾਈਮ ਲੱਗ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਭਾਈ, ਕਹਿੰਦੇ ਸੱਦਨਹਾਰਾ ਸਿਮਰਿਏ ਨਾਨਕ ਸੇ ਦੇ ਆਵਨ। ਸੋ ਆਓ ਅਖੀਰਲੀ ਲਾਈਨ ਪੜ੍ਹੀਏ, ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਨਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਐਸੀ ਮਤ ਦੇ ਮੇਰੇ ਮਾਲਕ, ਜਿਸ ਵੇਲੇ ਤੂੰ ਕਹੇ ਨਾ ਚੱਲ, ਉਸ ਵੇਲੇ ਆਪਣਾ ਮੰਨ ਕੇ ਮਹਾਰਾਜ ਆਓ ਸਤ ਬਚਨ ਮਹਾਰਾਜ। ਚੱਲ ਐਸਾ ਮਨ ਟਿਕਿਆ ਰਹੇ। ਕਹਿੰਦੇ ਐਸੀ ਅਵਸਥਾ ਜੀਵਨ ਦੇ ਵਿੱਚ ਬਣਾਉਣ ਵਾਸਤੇ ਰੋਜ਼ ਰਾਤ ਨੂੰ ਸੌਣ ਲੱਗੇ ਆਪਣੇ ਮਨ ਨੂੰ ਬਣਾਉਣਾ ਪੈਣਾ ਭਾਈ, ਬਣਾਉਣਾ ਪੈਣਾ। ਨਹੀਂ ਤਾਂ ਕਹਿੰਦੇ ਭਾਈ ਮਰਨੇ ਤੇ ਜਗਤ ਡਰੇ, ਜੀਵਿਆ ਲੋੜੈ ਸਭ ਕੋਈ। ਕਹਿੰਦੇ ਹਰ ਕੋਈ ਬੰਦਾ ਜਿਉਣ ਦੀ ਕੋਸ਼ਿਸ਼ ਭੱਜਿਆ ਫਿਰਦਾ ਹੈ, ਕਹਿੰਦੇ ਮਰਨ ਤੋਂ ਡਰਦਾ ਫਿਰਦਾ ਹੈ, ਤਾਂ ਹੀ ਉਹ ਬੰਦਾ ਦੁਖੀ ਹੁੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਅੱਜ ਆਪਾਂ ਇੱਕੋ ਹੀ ਸ਼ਬਦ ਕਰਾਂਗੇ। ਗੁਰੂ ਮਹਾਰਾਜ ਜੀ ਦਾ ਸ਼ਬਦ ਆਪਣੇ ਹਿਰਦੇ 'ਚ ਵਸਾਇਓ। ਰਾਤ ਨੂੰ ਪੈਣ ਲੱਗੇ ਇੱਕ ਵਾਰ ਸ਼ਬਦ ਨੂੰ ਜ਼ਰੂਰ ਪੜ੍ਹਨਾ, ਤਾਂ ਕਿ ਮਨ ਆਪਣੇ ਘਰ ਆਵੇ। ਉਸ ਤਰ੍ਹਾਂ ਜਿਵੇਂ ਮਹਾਰਾਜ ਉਪਦੇਸ਼ ਦੇ ਰਹੇ ਸੀ, ਉਸ ਤਰ੍ਹਾਂ ਮਨ ਆਪਣੇ ਮਨ ਨੂੰ ਸਮਝਾ ਲਵੇ ਤੇ ਆਪਣੇ ਘਰ ਰੱਬ ਦੇ ਵਿੱਚ ਨਿਰਭਉ ਦੇ ਅਵਸਥਾ ਦੇ ਵਿੱਚ ਟਿਕਿਆ ਰਹੇ। ਮਹਾਰਾਜ ਕਹਿੰਦੇ ਭਾਈ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹਮਵਾਰੀ ਜੇ ਸੁਹਿਲੇ ਸੁਹਿਲਾ ਸਦਾ ਸੁਖ ਹੋਏ। ਕਹਿੰਦੇ ਤੁਮ ਫਿਰ ਹਮੇਸ਼ਾ ਸੁਖੀ ਦੀ ਪ੍ਰਾਪਤੀ ਹੋਏਗੀ। ਆਓ ਇੱਕ ਵਾਰ ਸ਼ਬਦ ਨੂੰ ਪੜ੍ਹ ਕੇ ਫਿਰ ਆਪਾਂ ਸਮਾਪਤ ਕਰੀਏ। ਸੁਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੁਹਿਲਾ ਸਿਵਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ
रहाओ नित नित जियड़े संभालियन देखाएगा देवनहार तेरे दानै कीमत ना पवै तिस दाते कवन सुमार संबत साहा लिखिया मिलकर पावो तेल देहो सज्जन आसीसड़ियां जिਉ होवै सहब स्यों मेल घर घर एहो पहुँचा सदड़े नित पवन सदन हारा सिमरिया नानक से देह आवन घर घर एहो पहुँचा सदड़े नित पवन सदन हारा सिमरिया नानक से देह आवन। सतगुरु सच्चे पातशाह जी की बाणी ਦੇ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ त्रुटियां ਰਹਿ ਗਈਆਂ। ਹਾਂਜੀ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਸੰਗਤ ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਜ਼ਰੂਰ ਰਾਤ ਨੂੰ ਸੌਣ ਲੱਗਿਆਂ ਸ਼ਬਦ ਰਾਹੀਂ ਆਪਣੇ ਮਨ ਨੂੰ ਸੇਧ ਦਿਓ ਤਾਂ ਕਿ ਮਨ ਆਪਣੀ ਰੋਜ਼ ਦੀ ਪ੍ਰਿਪਰੇਸ਼ਨ ਕਰੇ। ਪਤਾ ਨਹੀਂ ਮੌਤ ਕਦੋਂ ਆ ਜਾਣੀ। ਧਿਆਨ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ। ਸੋ ਮੌਤ ਆਉਣੀ, ਮੌਤ ਸੱਚ ਹੈ, ਯਾਦ ਰੱਖਣਾ, ਜਿਉਣਾ ਝੂਠ ਹੈ। सो इस अवस्था में हृदय च बसाओ। सो आओ अंतला शब्द पढ़ के समाप्त करिए। हे अच्युत हे पार ब्रह्म अविनाशी अगनाश, हे पूर्ण हे सर्व मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान जा कै सदा विवेक, हे अपरंपर हर हरे है भी हो बनहार, हे संत है कै सदा संग निधारा आधार, हे ठाकुर हाँ दासरो मैं निर्गुण गुण नहीं कोय, नानक दीजै नामदान राखो ही है परोए। हे ठाकुर हाँ दासरो मैं निर्गुण गुण नहीं कोय, नानक दीजै नामदान राखो ही है परोए। वाहिगुरु जी का खालसा वाहिगुरु जी की फतेह।